ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਭਾਰਤ ਕੈਨੇਡਾ ਵਿਚਾਲੇ ਤਣਾਅਪੂਰਨ ਸਬੰਧ ਜਿਹੜੇ ਬਣੇ ਹੋਏ ਆ, ਉਹ ਰੁਕਣ ਦੀ ਥਾਂ ਤੇ ਅਜੇ ਵੀ ਲਗਾਤਾਰ ਤਣਾਅ ਨੂੰ ਵਧਾਉਣ ਦੇ ਲਈ ਯਤਨ ਹੋ ਰਹੇ ਆ। ਔਰ ਉਸ ਦੇ ਵਿੱਚ ਖਾਸ ਕਰਕੇ ਕੈਨੇਡਾ ਦੀ ਜਿਹੜੀ ਸਰਕਾਰ ਹੈ, ਉਸ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਦਿਨੀ ਜਿਹੜਾ ਬਿਆਨ ਦਿੱਤਾ ਸੀ ਕਿ ਜਿਹੜੀ ਇੱਥੇ ਹਰਦੀਪ ਸਿੰਘ ਨਿੱਜਰ ਖਾਲਿਸਤਾਨ ਟਾਈਗਰ ਫੋਰਸ ਦੇ ਜਿਹੜੇ ਮੁਖੀ ਸੀਗੇ, ਉਹਨਾਂ ਦੀ ਜਿਹੜੀ ਹੱਤਿਆ ਹੋਈ ਹੈ ਉਹ ਭਾਰਤ ਨੇ ਕਰਵਾਈ ਹੈ। ਉਸ ਤੋਂ ਬਾਅਦ ਇਹ ਸਾਰਾ ਜਿਹੜਾ ਟਕਰਾਅ ਹੈ ਉਹ ਲਗਾਤਾਰ ਵੱਧਦਾ ਗਿਆ ਔਰ ਇਸ ਹੱਦ ਤੱਕ ਵੱਧ ਗਿਆ ਕਿ ਦੋਨਾਂ ਦੇਸ਼ਾਂ ਨੇ ਇੱਕ ਇੱਕ ਡਿਪਲੋਮੈਟ ਨੂੰ ਆਪਣੇ ਦੇਸ਼ ਚੋਂ, ਭਾਰਤ ਨੇ ਕੈਨੇਡਾ ਦੇ ਡਿਪਲੋਮੈਟ ਨੂੰ ਔਰ ਕੈਨੇਡਾ ਨੇ ਭਾਰਤ ਦੇ ਡਿਪਲੋਮੈਟ ਨੂੰ ਆਪਣੇ ਦੇਸ਼ ਚੋਂ ਜਾਣ ਦੇ ਹੁਕਮ ਦੇ ਦਿੱਤੇ ਆ। ਤਾਂ ਇਸ ਸਥਿਤੀ ਦੇ ਵਿੱਚ ਲੋਕਾਂ ਦੇ ਅੰਦਰ ਵੀ ਇੱਕ ਵੱਖਰੀ ਕਿਸਮ ਦੀ ਜਿਹੜੀ ਸੋਚ ਹੈ ਉਹ ਬਣ ਰਹੀ ਆ। ਔਰ ਖਾਸ ਕਰਕੇ ਕਿ ਹਰੇਕ ਇਹ ਜ਼ਰੂਰ ਸਵਾਲ ਪੁੱਛਦਾ ਹੈ ਕਿ ਇਸ ਮੌਕੇ ਦੇ ਉੱਤੇ ਖਾਲਿਸਤਾਨ ਦੀ ਗੱਲ ਫੇਰ ਕਿਉਂ ਹੋ ਰਹੀ ਹੈ, ਖਾਲਿਸਤਾਨ ਦਾ ਮੁੱਦਾ ਫੇਰ ਕਿਉਂ ਇਸ ਢੰਗ ਨਾਲ ਚੁੱਕਿਆ ਜਾ ਰਿਹਾ ਹੈ ਤੇ ਖਾਲਿਸਤਾਨੀਆਂ ਦੀ ਹੱਤਿਆ ਨੂੰ ਇਸ ਤਰ੍ਹਾਂ ਕਿਉਂ ਪੇਸ਼ ਕੀਤਾ ਜਾ ਰਿਹਾ ਹੈ। ਇਹ ਸਾਰੇ ਜਿਹੜੇ ਸਵਾਲ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਹੈਗੇ ਆ ਤੇ ਇਸ ਦੇ ਬਾਰੇ ਲੋਕ ਆਪਸ 'ਚ ਗੱਲਬਾਤ ਵੀ ਕਰਦੇ ਆ ਕਿ ਕੀ ਕਾਰਨ ਹੈ ਕਿ ਜਦੋਂ ਭਾਰਤ ਦੇ ਅੰਦਰ, ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਤਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸਾਰਾ ਕੁਝ ਕਿਉਂ ਵਾਪਰ ਰਿਹਾ। ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ, ਕਿਉਂਕਿ ਇਕੱਲੇ ਕੈਨੇਡਾ 'ਚ ਨਹੀਂ, ਆਸਟ੍ਰੇਲੀਆ 'ਚ ਵੀ ਪਿਛਲੇ ਦਿਨਾਂ 'ਚ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ, ਜਦੋਂ ਇੱਕ ਮੰਦਿਰ ਦੇ ਉੱਤੇ ਉਸ ਨੂੰ ਡੀਫੇਸ ਕੀਤਾ ਗਿਆ, ਖਾਲਿਸਤਾਨ ਦੇ ਨਾਅਰੇ ਲਿਖੇ ਗਏ, ਤਾਂ ਉਸ ਸਮੇਂ ਵੀ ਇਹ ਬੜਾ ਉੱਥੇ ਪ੍ਰਚਾਰ ਹੋਇਆ ਕਿ ਇਹ ਖਾਲਿਸਤਾਨ ਦੇ ਜਿਹੜੇ ਸਮਰਥਕ ਹੈ ਉਹਨਾਂ ਵੱਲੋਂ ਕੀਤਾ ਗਿਆ। ਪਰ ਜਾਂਚ ਵਿੱਚ ਕੁਝ ਹੋਰ ਹੀ ਸਾਹਮਣੇ ਆਇਆ, ਇਸ ਦਾ ਵੀ ਅਸੀਂ ਤੁਹਾਡੇ ਨਾਲ ਜ਼ਿਕਰ ਕਰਾਂਗੇ। ਤਾਂ ਇਹ ਸਾਰੀ ਸਥਿਤੀ ਦੇ ਵਿੱਚ ਜਿਹੜੀ ਇਸ ਵੇਲੇ ਕੌਮਾਂਤਰੀ ਪੱਧਰ ਤੇ ਬਣੀ ਹੋਈ ਹੈ, ਜਿਸ ਦੇ ਵਿੱਚ ਨਵੇਂ ਵਰਲਡ ਆਰਡਰ ਦੀ ਗੱਲ ਹੋ ਰਹੀ ਹੈ, ਰੂਸ ਜਿਸ ਤਰ੍ਹਾਂ ਯੂਕਰੇਨ ਨਾਲ ਜੰਗ ਦੇ ਨਾਲ ਵਿੱਚ ਫਸਿਆ ਹੋਇਆ ਹੈ, ਔਰ ਦੂਸਰੇ ਪਾਸੇ ਅਮਰੀਕਾ ਤੇ ਨਾਟੋ ਕਿਸ ਤਰ੍ਹਾਂ ਰੂਸ ਨੂੰ ਵੀ ਤੋੜਨ ਦੇ ਯਤਨਾਂ ਦੇ ਵਿੱਚ ਹੈਗੇ ਆ। ਇਹ ਸਾਰੇ ਪ੍ਰਸੰਗ ਦੇ ਵਿੱਚ ਇਹ ਜੋ ਕੁਝ ਵਾਪਰ ਰਿਹਾ, ਇਸ ਬਾਰੇ ਅਸੀਂ ਗੱਲ ਕਰਾਂਗੇ। ਇਸ ਗੱਲ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਇਸ ਚਰਚਾ ਦੇ ਲਈ ਉੱਘੇ ਬੁੱਧੀਜੀਵੀ, ਉੱਘੇ ਰਾਜਸੀ ਚਿੰਤਕ ਤੇ ਕੌਮਾਂਤਰੀ ਘਟਨਾਵਾਂ ਨੂੰ ਬੜੇ ਨੇੜਿਓਂ ਦੇਖਣ ਵਾਲੇ ਸਤਨਾਮ ਚਾਨਾ ਜੀ। ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਇਹ ਜੋ ਕੁਝ ਵਾਪਰ ਰਿਹਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਆ। ਦੂਸਰੇ ਸਾਡੇ ਵਿਸ਼ੇਸ਼ ਮਹਿਮਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ, ਸੀਨੀਅਰ ਪੱਤਰਕਾਰ, ਜਿਨ੍ਹਾਂ ਦਾ ਕਿ ਬੜਾ ਆਪਣਾ ਵੀ ਰਾਜਸੀ ਘਟਨਾਵਾਂ ਨੂੰ ਰਿਪੋਰਟ ਕਰਨ ਦਾ ਔਰ ਖਾਸ ਕਰਕੇ ਜੋ ਕੋਈ ਸਿੱਖ ਰਾਜਨੀਤੀ 'ਚ ਵਾਪਰਦਾ, ਔਰ ਖਾਸ ਇਹ ਵੀ ਕਿ ਜਿਹੜਾ ਖਾਲਿਸਤਾਨ ਦਾ ਮੁੱਦਾ ਹੈ ਕਿਸ ਤਰ੍ਹਾਂ ਇਹ ਜਿਹੜਾ ਇਸ ਨੂੰ ਵੱਖ-ਵੱਖ ਸਰਕਾਰਾਂ ਆਪਣੀਆਂ ਲੋੜਾਂ ਔਰ ਹਿੱਤਾਂ ਮੁਤਾਬਕ ਕਿਸ ਤਰ੍ਹਾਂ ਉਛਾਲਦੀਆਂ ਰਹਿੰਦੀਆਂ, ਤੇ ਖਾਸ ਕਰਕੇ ਜਦੋਂ ਚੋਣਾਂ ਦਾ ਦਿਨ ਆਉਂਦੇ ਆ ਉਦੋਂ ਇਸ ਦੀ ਜਿਹੜੀ ਫੇਰ ਜ਼ਿਆਦਾ ਵੱਡੇ ਢੰਗ ਦੇ ਉੱਪਰ, ਵੱਡੇ ਪੱਧਰ ਦੇ ਉੱਪਰ ਇਸ ਨੂੰ ਅੱਗੇ ਲਿਆਂਦਾ ਜਾਂਦਾ ਹੈ। ਇਸ ਮੁੱਦੇ ਨੂੰ, ਇਸ ਦੇ ਉੱਤੇ ਅਸੀਂ ਉਹਨਾਂ ਦੀ ਵੀ ਰਾਏ ਜਾਣਨਾ ਚਾਹਾਂਗੇ ਕਿ ਉਹ ਇਸ ਬਾਰੇ ਕੀ ਸੋਚਦੇ ਆ। ਸਿੱਧੂ ਸਾਹਿਬ, ਚਾਨਾ ਜੀ, ਤੁਹਾਡਾ ਪ੍ਰੋਗਰਾਮ ਸਵਾਗਤ ਹੈ। ਧੰਨਵਾਦ ਜੀ, ਸ਼ੁਕਰੀਆ। ਸਿੱਧੂ ਸਾਹਿਬ, ਤੁਸੀਂ ਇਹ ਸਾਰਾ ਜੋ ਕੁਝ ਹੁਣ ਵਾਪਰਿਆ ਹੈਗਾ, ਖਾਸ ਕਰਕੇ ਅਸੀਂ ਦੇਖਦੇ ਹਾਂ ਕਿ G20 ਦੀ ਜਿਹੜੀ ਭਾਰਤ ਦੇ ਵਿੱਚ ਸੰਮੇਲਨ ਸੀਗਾ, ਉਸ ਦੇ ਮੌਕੇ ਵੀ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਵਿੱਚ ਖਿੱਚੋਤਾਣ ਬਣੀ ਰਹੀ। ਔਰ ਇਹ ਸਾਰੇ ਨੂੰ ਲੈ ਕੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਟਰੂਡੋ ਨੇ ਗੱਲ ਕਹੀ ਹੈ ਕਿ ਉਹਨਾਂ ਨੇ ਜਿਹੜੀ ਹਰਦੀਪ ਸਿੰਘ ਜਿਹੜਾ ਨਿੱਜਰ ਸੀ, ਉਸ ਦਾ ਜਿਹੜਾ ਹੱਤਿਆ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਉਠਾਇਆ ਸੀ, ਪਰ ਉਹਨਾਂ ਨੇ ਕੈਨੇਡਾ ਵਿੱਚ ਆ ਕੇ ਉਸ ਨੂੰ ਜਿਸ ਢੰਗ ਦਾ ਨਾਲ ਪੇਸ਼ ਕੀਤਾ ਜਾਂ ਜਿਸ ਢੰਗ ਨਾਲ ਉਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸੰਬੰਧਾਂ ਵਿੱਚ ਵਿਗਾੜ ਆਇਆ, ਤਣਾਅ ਬਣਿਆ, ਟਕਰਾਅ ਹੋਇਆ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹ ਹੁਣ ਗੱਲ ਇੱਥੋਂ ਤੱਕ ਪਹੁੰਚਣ ਦੇ ਪਿੱਛੇ ਕਾਫੀ ਬੈਕਗਰਾਉਂਡ ਹੈ। ਜਦੋਂ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਜਿਹੜਾ ਕੈਨੇਡਾ ਦਾ, ਉਹ ਪਹਿਲਾਂ ਗਿਆ ਸੀ ਇੰਡੀਆ, ਉਦੋਂ ਉਹਨਾਂ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਸਰਕਾਰ ਸੀ, ਉਹ ਪ੍ਰਧਾਨ ਚੀਫ ਮਿਨਿਸਟਰ ਸੀ। ਉਹ ਪੰਜਾਬ 'ਚ ਵੀ ਨਹੀਂ ਉਹਨੂੰ ਬੌਦਰ ਕੀਤਾ, ਉਹਦੇ ਬਾਰੇ ਮਿਲਿਆ ਵੀ ਨਹੀਂ ਕੈਪਟਨ ਤਾਂ।
ਤੇ ਇੱਥੇ ਵੀ ਉਸ ਨੂੰ ਇਗਨੋਰ ਬਹੁਤ ਕੀਤਾ ਗਿਆ ਸੀ। ਤੇ ਇਹ ਸਾਰੀ ਗੱਲ ਦੇ ਵਿੱਚ ਪ੍ਰਾਈਮ ਮਿਨਿਸਟਰ ਵੱਲੋਂ ਵੀ ਦਿੱਲੀ ਦੇ ਵਿੱਚ, ਨਿਊ ਦਿੱਲੀ 'ਚ ਵੀ ਇਗਨੋਰ ਹੋਇਆ ਤੇ ਪੰਜਾਬ ਵਿੱਚ ਵੀ ਬਕਾਇਦਾ ਇਗਨੋਰ ਹੋਇਆ ਸੀ। ਇਹ ਕਈ ਸਾਲ ਪਹਿਲਾਂ ਦੀ, 2-3 ਸਾਲ ਪਹਿਲਾਂ ਦੀ ਗੱਲ ਹੈ। ਤੇ ਉਹੀ ਬੈਕਗ੍ਰਾਉਂਡ ਚੱਲੀ ਜਾਂਦੀ ਇਹਦੇ ਤੇ। ਉਦੋਂ ਵੀ ਦੋਸ਼ ਇਹ ਇੰਡੀਆ ਗਵਰਨਮੈਂਟ ਇਹੀ ਲਾਉਂਦੀ ਸੀ ਵੀ ਇਹ ਕੈਨੇਡੀਅਨ ਗਵਰਨਮੈਂਟ ਆ ਜਾਂ ਉਹ ਜਿਹੜੇ ਖਾਲਿਸਤਾਨ ਵਾਲਿਆਂ ਦੀ ਐਕਟੀਵਿਟੀ ਆ, ਡਾਇਸਪੋਰਾ ਦੀ, ਸਿੱਖਾਂ ਦੀ, ਤੇ ਉਹਦੇ ਤੇ ਇਹ ਕੋਈ ਰੁਕਾਵਟ ਨਹੀਂ ਲਾਉਂਦੇ, ਬੰਦਿਸ਼ ਨਹੀਂ ਲਾਉਂਦੇ, ਉਹਨੂੰ ਰੋਕਦੇ ਨਹੀਂ। ਅੱਛਾ, ਇਹ ਇਹਨਾਂ ਦਾ ਕਾਫੀ ਚਿਰ ਦਾ ਚੱਲਿਆ ਆਉਂਦਾ। ਤੇ ਬਾਕੀ ਇਹ ਆ ਵੀ ਉਦੋਂ ਵੀ ਰੈਫਰੈਂਡਮ ਜਿਹੜਾ ਗੁਰਪ੍ਰਬੰਧ ਸਿੰਘ ਪੰਨੂ ਜਿਹੜਾ 2020 ਦਾ ਸਿੱਖ ਖਾਲਿਸਤਾਨ ਰੈਫਰੈਂਡਮ ਕਰਾਉਂਦਾ, ਰਾਏਸ਼ੁਮਾਰੀ ਕਰਾਉਂਦਾ, ਉਹ ਰਾਏਸ਼ੁਮਾਰੀ ਦਾ ਉਦੋਂ ਵੀ ਉਹਨਾਂ ਦਿਨਾਂ 'ਚ ਸ਼ੁਰੂਆਤ ਸੀ ਸਾਰੀ ਗੱਲ ਦੀ। ਤੇ ਇਹ ਸਾਰਾ ਕੁਝ ਕਿਹਾ ਜਾਂਦਾ ਸੀ ਵੀ ਉਹਨੂੰ ਰੋਕੋ। ਤੇ ਕੈਨੇਡਾ ਦਾ ਇਹ ਸੀਗੀ ਵੀ ਇੱਥੇ ਜਿੰਨਾ ਚਿਰ ਕੋਈ ਸ਼ਾਂਤ ਪੀਸਫੁਲ ਕੋਈ ਐਕਟੀਵਿਟੀ ਕਰਦਾ, ਬੇਸ਼ੱਕ ਸੈਪਰੇਟ ਐਕਟੀਵਿਟੀ ਕਰਦਾ, ਸੈਪਰੇਟਿਸਟ ਹੈ, ਵੱਖਰਾ ਹੋਣਾ ਚਾਹੁੰਦਾ, ਤਾਂ ਇੱਥੇ ਦੇ ਕਿਊਬਿਕ ਜਿਹੜਾ ਸੂਬਾ ਹੈ ਉਹਦੇ ਵਿੱਚ ਵੀ ਰੈਫਰੈਂਡਮ 2 ਵਾਰ ਹੋ ਚੁੱਕਿਆ। ਬੇਸ਼ੱਕ ਉਹ ਜਿਹੜੇ ਵੱਖਰਾ ਹੋਣਾ ਚਾਹੁੰਦੇ ਆ ਫ੍ਰੈਂਚ ਵਾਲੇ ਤੇ ਉਹ ਫਰਾਂਸ, ਉਹ ਨਹੀਂ ਹੋ ਸਕੇ, ਉਹ ਵੱਖਰੀ ਗੱਲ ਹੈ ਵੀ ਥੋੜੇ ਥੋੜੇ ਤੇ ਹਾਰਦੇ ਰਹੇ, ਪਰ ਇਹ ਅਲਾਓ ਕਰਦਾ, ਇਹ ਇੱਥੋਂ ਦੀਆਂ ਡੈਮੋਕ੍ਰੇਸੀਆਂ ਅਲਾਓ ਕਰਦੀਆਂ। ਬਾਕੀ ਇਹ ਜਿਹੜਾ ਕੰਟਰੀ ਹੈ, ਜਿਹੜਾ ਖਾਸ ਕਰਕੇ ਕੈਨੇਡਾ ਮਲਟੀ ਕਲਚਰਲ ਹੈ, ਤੇ ਇੱਥੇ ਸਾਰੇ ਕਲਚਰਲ ਤੇ ਰਿਲੀਜਨ ਨੂੰ ਸਾਰੇ ਖੁੱਲ੍ਹ ਹੈ। ਤੇ ਜੇ ਅਸੀਂ ਫਰੀਡਮ, ਮੈਕਸੀਮਮ ਫਰੀਡਮ ਕਹਿ ਦਈਏ ਤਾਂ ਕਲਚਰ ਲੈਵਲ ਦੀ ਖਾਸ ਕਰਕੇ ਤੇ ਤੁਹਾਡੇ ਸਿਵਲ ਰਾਈਟਸ ਦੀ, ਉਹ ਇੱਥੇ ਹੈਗੀ ਹੈ। ਹੋਰ ਕਿਤੇ ਇੰਨੀ ਇਸ ਦੇ ਬਰਾਬਰ ਦੀ ਪਾਈ ਨਹੀਂ ਜਾ ਸਕਦੀ। ਇਹ ਤਾਂ ਹੈਗਾ, ਇਹ ਇੱਕ ਆਸਪੈਕਟ ਇਹਦਾ ਵੀ। ਇਹ ਜਦੋਂ ਫਿਰ ਹੁਣ G20 ਤੇ ਗਏ, ਉੱਥੇ ਵੀ ਮੈਂ ਜ਼ਿਆਦਾ ਇਸ ਗੱਲ ਨੂੰ, ਲੋਕਾਂ ਨੂੰ ਪਤਾ ਹੀ ਹੈ, ਜ਼ਿਆਦਾ ਨਹੀਂ ਕਹਿਣਾ ਚਾਹੁੰਦੇ। G20 ਵੇਲੇ ਵੀ ਇਸ ਨੂੰ ਇਗਨੋਰ ਕੀਤਾ ਗਿਆ, ਤੇ ਕਿਉਂਕਿ ਉਹ ਇਗਨੋਰ ਕੀਤਾ ਗਿਆ। ਪਰ ਜਦੋਂ ਦਾ ਇਹ ਹਰਦੀਪ ਸਿੰਘ ਨਿੱਜਰ ਜੂਨ 'ਚ ਮਾਰਿਆ ਗਿਆ ਸੀਗਾ, ਉਦੋਂ ਤੋਂ ਹੀ ਇਹ ਚੱਲ ਰਿਹਾ ਵੀ ਇਹਦੇ ਪਿੱਛੇ ਏਜੰਸੀਆਂ, ਇਹਦੇ ਪਿੱਛੇ ਇੰਡੀਅਨ ਸਰਕਾਰ ਹੈ, ਤੇ ਇਹ ਚੱਲਦਾ ਪੰਜਾਬ 'ਚ ਥੋੜਾ ਜਿਹਾ ਲੋਕਾਂ ਦੇ ਵਿੱਚ ਇਹ ਬਣਿਆ ਹੋਇਆ ਵੀ ਹੈਗਾ ਵੀ ਬਹੁਤ ਕੁਝ ਪੰਜਾਬ ਦੇ ਵਿੱਚ ਕੁਝ ਹਿਡਨ ਫੋਰਸਿਸ ਹੈ ਜਿਹੜੀਆਂ ਕਰਵਾ ਰਹੀਆਂ। ਉੱਥੋਂ ਤੱਕ ਉੱਥੇ ਲੋਕਾਂ ਨੂੰ ਇਸ ਕਿਸਮ ਦੇ ਤਜਰਬੇ ਹੈਗੇ ਆ, ਤੇ ਉਹ ਲੰਬਾ ਸਮਾਂ ਦਾ ਜਿਹੜਾ ਲਹੂ ਲਹਾਨ ਹੋਇਆ ਪੰਜਾਬ ਦੇ ਵਿੱਚ, ਉਹਦੇ ਵਿੱਚ ਏਜੰਸੀਆਂ ਦਾ, ਪੁਲਿਸ ਦਾ, ਹੋਰ ਸਿਕਿਉਰਿਟੀ ਫੋਰਸਿਸ ਦਾ ਜਿਹੜਾ ਸ਼ੇਡੀ, ਮਤਲਬ ਕਿ ਵੀ ਸ਼ੇਡੀ ਕਿਸਮ ਦਾ ਰਿਹਾ ਉਹਨਾਂ ਦਾ ਵਰਤਾਰਾ, ਉਹ ਲੋਕਾਂ ਨੂੰ ਪਤਾ ਹੀ ਹੈ। ਤੇ ਇਸ ਕਿਸਮ ਕਰਕੇ ਵੀ ਇਹ ਸਾਰਾ ਲੋਕਾਂ ਦੇ ਵਿੱਚ, ਪੰਜਾਬ ਦੇ ਵਿੱਚ ਬਿਲਕੁਲ ਪੰਜਾਬੀ ਜੇ ਉੱਥੋਂ ਹੀ ਬੇਸ਼ੱਕ ਚੱਲ ਕੇ ਇੱਥੇ ਆਇਆ ਵਾ, ਉਹਦੇ ਦਿਮਾਗ ਦੇ ਵਿੱਚ ਇਹ ਹੈ ਵੀ ਇਹ ਸਾਰਾ ਸਰਕਾਰਾਂ ਕਰਾਉਂਦੀਆਂ। ਹੁਣ ਤੀਸਰੀ ਗੱਲ ਇਹ ਰਹਿ ਗਈ ਵੀ ਇਹ ਜਿਸ ਤਰੀਕੇ ਨਾਲ ਰੈਫਰੈਂਡਮ ਹੋ ਰਿਹਾ ਜਾਂ ਗੁਰਪ੍ਰਬੰਧ ਪੰਨੂ ਨੂੰ ਖੜਾ ਕੀਤਾ ਜਾ ਰਿਹਾ, ਉਹ ਕੋਈ ਇੱਥੇ ਵੀ ਸਿੱਖਾਂ ਵੱਲੋਂ ਨਹੀਂ ਕੀਤਾ ਜਾ ਰਿਹਾ ਕੈਨੇਡਾ 'ਚ, ਉਹਤੇ ਨਾ ਹੀ ਇੱਕ ਪੰਜਾਬ ਦੇ ਵਿੱਚ ਕੋਈ ਇਸ ਕਿਸਮ ਦੀ ਕੋਈ ਲਹਿਰ ਹੈ। ਇੱਕ ਛੋਟੀ ਜਿਹੀ ਜਥੇਬੰਦੀ ਵੀ ਹੈ ਨਹੀਂ ਜਿਹੜੀ ਕਿ ਓਪਨਲੀ ਬਾਹਰ ਨਿਕਲ ਕੇ ਜਾਂ ਗੁਪਤ ਰੂਪ 'ਚ ਹੀ ਕਹਿ ਦੇ ਅੰਡਰਗਰਾਉਂਡ ਲੈਵਲ ਦੀ ਵੀ ਅਸੀਂ ਖਾਲਿਸਤਾਨ ਦੇ ਹੱਕ 'ਚ ਆ। ਬੇਸ਼ੱਕ ਬਹੁਤ ਲੋਕ ਖਾਲਿਸਤਾਨ ਦੇ ਹੱਕ 'ਚ ਹੈਗੇ ਆ, ਹੋਣਗੇ ਵੀ, ਪਰ ਐ ਓਪਨਲੀ ਨਹੀਂ ਕਹਿੰਦਾ। ਇਸ ਕਰਕੇ ਖਾਲਿਸਤਾਨ ਦੀ ਮੂਵਮੈਂਟ ਜੇ ਤੁਹਾਡੀ ਨੇਟਿਵ ਉੱਥੇ ਪੰਜਾਬ 'ਚ ਨਹੀਂ, ਤਾਂ ਇੱਥੇ ਕਿਉਂ ਕੀਤਾ ਜਾ ਰਿਹਾ? ਫਿਰ ਦੂਸਰੀ ਗੱਲ ਇਹ ਇੱਕ ਗੱਲ ਤਾਂ ਜਿੱਥੋਂ ਤੱਕ ਸਿੱਖਾਂ ਦਾ ਸਵਾਲ ਹੈ, ਇਹਦੇ 'ਚ ਇਹ ਹੈ ਵੀ ਜਿਹੜੇ ਇੱਥੋਂ ਵਾਲੇ ਕਰਨ ਵਾਲੇ ਆ, ਰੈਫਰੈਂਡਮ ਕਰਾਉਂਦੇ ਆ, ਰਾਏਸ਼ੁਮਾਰੀ ਕਰਾ ਰਹੇ ਆ, ਉਹ ਕਿੱਥੇ ਖਾਲਿਸਤਾਨ ਬਣਾਉਣਾ ਚਾਹੁੰਦੇ? ਇਹ ਵੀ ਲੋਕ ਪੁੱਛਦੇ ਆ ਸਵਾਲ ਤਾਂ ਪੁੱਛਦੇ ਆ ਵੀ ਪੰਜਾਬ 'ਚ ਕੋਈ ਗੱਲਬਾਤ ਨਹੀਂ ਹੈ, ਇੱਥੇ ਇਹਨਾਂ ਦਾ ਕੀ ਇੰਟਰਸਟ ਹੈ ਵੀ ਐਡਾ ਐਕਸਟ੍ਰੀਮ ਸਟੈਪ ਤੇ ਚੱਲਦੇ ਆ? ਕਿਉਂ ਇੱਥੇ ਕਰਾਉਂਦੇ ਆ? ਜਦੋਂ ਕਿ ਪੰਜਾਬ ਦੇ ਵਿੱਚ ਜੇ ਸਹੀ ਪੰਜਾਬ ਦੇ ਲੋਕਾਂ ਦੀ ਜਾਂ ਸਿੱਖਾਂ ਦੀ ਉੱਥੇ ਮਦਦ ਕਰਨਾ ਚਾਹੁੰਦੇ ਆ, ਤਾਂ ਇਹਨਾਂ ਨੂੰ ਚਾਹੀਦਾ ਵੀ ਇਹੋ ਜਿਹੀ ਹੀ ਪੋਲਿਟਿਕਸ ਫਾਲੋ ਕਰਨ ਜਾਂ ਕਰਨ ਜਿਹਦਾ ਕਿ ਪੰਜਾਬ ਵਿੱਚ ਉੱਥੋਂ ਦੀ ਪੋਲਿਟਿਕਸ ਦੀ ਕੋਈ ਸਪਲੀਮੈਂਟ ਕਰੇ, ਕੰਪਲੀਮੈਂਟ ਕਰੇ, ਉਹਦੀ ਹੈਲਪ ਕਰੇ। ਇਸ ਕਿਸਮ ਦੀ ਪੋਲਿਟਿਕਸ ਤਾਂ ਹੈ ਨਹੀਂ ਗੀ ਇੱਥੇ। ਤਾਂ ਜਿਹੜਾ ਵੀ ਕੋਈ ਪਿੱਛੇ ਜੇ ਜਲੰਧਰ ਏਰੀਆ 'ਚ ਵੀ, ਸਾਰਾ ਨਵੇਂ ਸ਼ਹਿਰ ਏਰੀਆ 'ਚ ਵੀ ਜਿਹੜੇ ਕਿਸੇ ਨੇ ਭੁਲੇਖੇ ਨਾਲ ਵੀ ਕੋਈ ਇਹਨਾਂ ਦੇ 2020 ਰੈਫਰੈਂਡਮ ਵਾਲਿਆਂ ਦੀ ਸਾਈਟ ਖੋਲ ਲਈ ਜਾਂ ਉਹਨੂੰ ਰਿਸਪੌਂਡ ਕਰਤਾ, ਉਹ ਫੜੇ ਗਏ, ਅੰਦਰ ਹੋ ਗਏ। ਦੂਜੀ ਗੱਲ ਇਹ ਇੱਥੋਂ ਤੱਕ ਹੈ ਵੀ ਨਿੱਜਰ ਦੇ ਕੇਸ ਦੇ ਵਿੱਚ ਵੀ ਇੱਥੇ ਬੇਸ਼ੱਕ ਦੁਨੀਆ ਨੇ ਕੰਡੈਮ ਕੀਤਾ, ਪੰਜਾਬ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਕੰਡੈਮ ਕੀਤਾ, ਓਪਨਲੀ ਕਿਸੇ ਆਰਗੇਨਾਈਜੇਸ਼ਨ ਨੇ ਨਹੀਂ ਕੀਤਾ। ਸਿੱਖ ਆਰਗੇਨਾਈਜੇਸ਼ਨ ਨੇ ਵੀ ਇਸ ਦੇ ਕਤਲ ਨੂੰ ਉਸ ਕਿਸਮ ਦਾ ਕੰਡੈਮ ਨਹੀਂ ਕੀਤਾ। ਇਹ ਸਾਰਾ ਕੁਝ
ਬਾਹਰ ਕਿਉਂ ਚੱਲਦਾ ਇਹ ਹੁਣ ਸਵਾਲ ਹੈ ਸਾਰਾ ਇਸੇ ਕਿਸਮ ਦਾ। ਪਰ ਸਵਾਲ ਇਹ ਹੈ ਵੀ ਜਿੱਥੋਂ ਤੱਕ ਆ ਸਾਰਾ ਹੁਣ ਇਸ ਲੈਵਲ ਤੇ ਫਲੈਸ਼ ਪੁਆਇੰਟ ਆਇਆ, ਇੱਕ ਤਰ੍ਹਾਂ ਦਾ ਇੱਕ ਵੱਡਾ ਜਿਹੜਾ ਇਹ ਹੋਇਆ ਸਾਰਾ, ਏਡਾ ਕਦੇ ਹੋਇਆ ਹੀ ਨਹੀਂ ਐਕਸਪੈਕਟਡ ਤਰੀਕੇ ਨਾਲ, ਕਦੇ ਪੋਸੀਬਲ ਹੀ ਨਹੀਂ ਹੁੰਦਾ ਜਿਹੜਾ ਹੁੰਦਾ ਦੋ ਦੇਸ਼ਾਂ ਦੇ ਵਿਚਕਾਰ ਚੰਗੇ ਰਿਲੇਸ਼ਨ ਹੋਣ, ਆਪਸ ਵਿੱਚ ਦੀ ਬਹੁਤ ਵਧੀਆ ਸਾਰੀ ਗੱਲ ਹੋਵੇ। ਤੇ ਇਹ ਕਿਉਂ ਹੋਇਆ? ਇਹਦੇ ਪਿੱਛੇ ਦੋ ਫੈਕਟਰ ਜਿਹੜੇ ਆਮ ਕਹੇ ਜਾਂਦੇ ਆ। ਉਹ ਇੱਕ ਤਾਂ ਇਹ ਕਹੇ ਜਾਂਦੇ ਵੀ ਇਹ G20 ਦੇ ਵੇਲੇ ਜਿਸ ਕਿਸਮ ਦਾ ਅਮਰੀਕਾ ਵੱਲੋਂ ਪ੍ਰੈਸ਼ਰ ਸੀ ਵੀ ਸੋਵੀਅਤ ਯੂਨੀਅਨ ਵਿਰੁੱਧ ਕੋਈ ਨਾ ਕੋਈ ਮਤਾ ਪਾਇਆ ਜਾਵੇ ਜਾਂ ਕੋਈ ਗੱਲ ਕਹੀ ਜਾਵੇ, ਇੰਡੀਆ ਨੇ ਉਹ ਲੱਗਣ ਨਹੀਂ ਦਿੱਤਾ। ਸੋਵੀਅਤ ਯੂਨੀਅਨ ਦਾ ਰੈਫਰੈਂਸ ਤੱਕ ਵੀ ਨਹੀਂ ਆਉਣ ਦਿੱਤਾ। ਰੂਸ ਦਿਖਲਾ ਸੋਵੀਅਤ ਯੂਨੀਅਨ, ਸੌਰੀ ਪੁਰਾਣਾ ਮਾਈਂਡ ਚ ਹੈ, ਰੂਸ ਦਾ ਕਿਸੇ ਲੈਵਲ ਤੇ ਮੈਂਸ਼ਨ ਵੀ ਨਹੀਂ ਹੋਣ ਦਿੱਤਾ। ਉਹਨੂੰ ਅਗਰੈਸਰ ਵੀ ਨਹੀਂ ਕਿਹਾ, ਜਿਵੇਂ ਇਦੋਂ ਪਹਿਲੀ G20 ਦੀ ਮੀਟਿੰਗ ਬਾਲੀ ਚ ਹੋਈ ਸੀ, ਇੰਡੋਨੇਸ਼ੀਆ ਚ ਹੋਈ ਸੀ, ਉਦੋਂ ਇਹਨਾਂ ਨੂੰ ਬਕਾਇਦਾ ਅਗਰੈਸਰ ਵੀ, ਇੱਥੇ ਅਗਰੈਸਰ ਵੀ ਨਹੀਂ ਕਹਿਣ ਦਿੱਤਾ। ਉੱਥੇ ਇਹਨਾਂ ਨੇ ਉਸਦੇ ਯੂਕਰੇਨ ਦੇ ਹਮਲੇ ਤੋਂ ਬਾਅਦ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਸੀ ਉਹਨੂੰ ਬੋਲਣ ਦਾ ਸਮਾਂ ਦਿੱਤਾ ਸੀਗਾ। ਇੱਥੇ ਤਾਂ ਉਹਦੀ ਕੋਈ ਗੱਲ ਹੀ ਨਹੀਂ ਕੀਤੀ, ਉਹਨੂੰ ਬੁਲਾਇਆ ਤੱਕ ਵੀ ਨਹੀਂ ਗਿਆ। ਤੇ ਇਹ ਦੂਜੀ ਇੱਕ ਇਹ ਫੈਕਟਰ ਹੈ ਸਾਰਾ। ਦੂਸਰਾ ਫੈਕਟਰ ਜਿਹੜਾ ਹੈ, ਜਿਹੜੀ ਇਹ ਜਿਹੜੀ ਵੈਸਟਰਨ ਲੋਬੀ ਹੈ, ਜਿਹਦੇ ਵਿੱਚ ਅਮਰੀਕਾ ਦੇ ਆਲੇ ਦੁਆਲੇ ਜੁੜੇ ਹੋਏ ਕੈਨੇਡਾ ਤੇ ਨਿਊਜ਼ੀਲੈਂਡ, ਆਸਟ੍ਰੇਲੀਆ, ਇਹ ਅਲਾਈਜ਼ ਕੰਟਰੀ ਹੈ ਸਾਰੇ, UK, ਇਹ ਅਲਾਈਜ਼ ਕੰਟਰੀ ਹੈ। ਇਹਨਾਂ ਦਾ ਇਹ ਇੱਕ ਗਰੁੱਪ ਦੇ ਲੈਵਲ ਤੇ ਕੰਮ ਕਰਦੇ, ਜਿਹਨੂੰ ਇਹ 5 ਆਈਜ਼ ਵੀ ਕਹਿੰਦੇ ਆ। ਇਹ ਸਾਰੀ ਆਪਸ ਦੀ ਇੰਟੈਲੀਜੈਂਸ ਵੀ ਲਗਾਤਾਰ ਸ਼ੇਅਰ ਕਰਦੇ ਆ, ਸਾਰਾ ਇਹਨਾਂ ਦਾ ਸਟੈਂਡ ਆਲਮੋਸਟ। ਉਹਨਾਂ ਨੇ ਵੀ ਇੱਕ ਇਹ ਇਸ ਗੱਲ ਉੱਤੇ ਵੀ ਹੈ। ਦੂਸਰਾ ਇਹ ਹੈ ਵੀ ਅਮਰੀਕਾ ਚਾਹੁੰਦਾ ਵੀ ਇਹ ਚਾਈਨਾ ਦੇ ਵਿਰੁੱਧ ਇੰਡੀਆ ਸਟੈਂਡ ਲਵੇ। ਉਹਦੇ ਵਿਰੁੱਧ ਵੀ ਇੰਡੀਆ ਸਟੈਂਡ ਨਹੀਂ ਲੈਂਦਾ, ਕਿਉਂਕਿ ਉੱਥੇ ਜਿਹੜਾ ਕੁਆਡ ਦੇ ਵਿੱਚ ਇਹ ਮੈਂਬਰ ਹੈ, ਕੁਆਡ ਵਿੱਚ ਉਸ ਕਿਸਮ ਦਾ ਉਹਦਾ ਜਿਹੜਾ ਇਨਫਲੂਐਂਸ ਜਿਹੜਾ ਵੱਧ ਰਿਹਾ ਚਾਈਨਾ ਦਾ ਪੈਸੀਫਿਕ ਖੇਤਰ ਦੇ ਵਿੱਚ, ਤੇ ਉਹਨੂੰ ਘਟਾਉਣ ਦੇ ਲਈ, ਰੋਕਣ ਲਈ ਅਮਰੀਕਾ ਦਾ ਸਾਥ ਦੇਵੇ, ਉੱਥੇ ਵੀ ਨਹੀਂ ਦੇ ਰਿਹਾ। ਤੇ ਇਹ ਕਿਹਾ ਜਾਂਦਾ ਵੀ ਇਹ ਬਾਂਹ ਮਰੋੜਨ ਲਈ ਇੰਡੀਆ ਦੇ ਇਹ ਜਿਹਾ ਕੁਛ ਇਧਰੋਂ ਸ਼ੁਰੂ ਕਰਾਇਆ ਗਿਆ। ਤੇ ਚਲੋ USA ਦਾ ਹੀ ਖਾਸ ਕੈਨੇਡਾ ਵੱਲੋਂ ਹੋਇਆ, ਕਿਉਂਕਿ ਕਿਹਾ ਜਾਂਦਾ ਵੀ ਇਹ ਸਾਡੇ ਕੋਲੇ ਕੋਈ ਕ੍ਰੈਡੀਬਲ ਐਲੀਗੇਸ਼ਨਸ ਹੈ, ਸਬੂਤ ਵੀ ਨਹੀਂ ਕਿਹਾ ਅੱਜ ਤੱਕ। ਜੋ ਪਾਰਲੀਮੈਂਟ 'ਚ ਬੋਲਿਆ ਟਰੂਡੋ, ਉਹਦੇ ਵਿੱਚ ਕ੍ਰੈਡੀਬਲ ਐਲੀਗੇਸ਼ਨਸ ਕਿਹਾ ਵੀ ਸਾਡੇ ਕੋਲ ਵਿਸ਼ਵਾਸਯੋਗ ਦੋਸ਼ ਆ, ਉਹ ਹੈ। ਤੇ ਬੇਸ਼ੱਕ ਇਹ ਹੋ ਸਕਦਾ ਕਿਹਨੇ ਕਰਾਇਆ ਨਾ ਕਰਾਇਆ, ਇਹਦੀ ਪੜਤਾਲ ਹਜੇ ਹੋ ਰਹੀ ਹੈ। ਤਾਂ ਕਿਹਾ ਜਾਂਦਾ ਵੀ ਇਹ ਇੰਡੀਆ ਦੀ ਡਿਪਲੋਮੈਟਿਕ ਤਰੀਕੇ ਨਾਲ ਦੋ ਬਲਾਕ ਹੈ, ਬਲਾਕ ਦੇ ਵਿੱਚ ਇੱਕ ਬਲਾਕ ਨੇ ਇਸ ਨੂੰ ਹੁਣ ਇੰਡੀਆ ਦੇ ਵਿਰੁੱਧ ਸਟੈਂਡ ਲਿਆ, ਅਮਰੀਕਨ ਬਲਾਕ ਦੇ ਕਹੇ ਤੇ ਲਿਆ। ਇਸ ਕਿਸਮ ਦਾ ਵੀ ਗੱਲਬਾਤ ਚੱਲਦੀ ਹੈ। ਤੇ ਇੱਕ ਇਹ ਵੀ ਹੈ, ਇਹਦੇ ਨਾਲ ਦੋਨੋਂ ਪਾਸੇ ਇਲੈਕਸ਼ਨ ਹੈ, ਇੱਕ ਇਲੈਕਸ਼ਨ ਦਾ ਫੈਕਟਰ ਵੀ ਹੈ। ਉਧਰ ਇੰਡੀਆ 'ਚ ਵੀ ਇਲੈਕਸ਼ਨ ਹੈ, ਜਿਹਦੇ ਕਰਕੇ ਇਹ ਨਿੱਜਰ ਵਰਗੇ ਦੀ ਅਸੈਸੀਨੇਸ਼ਨ ਹੁੰਦੀ ਹੈ, ਜਾਂ 2-3 ਅਸੈਸੀਨੇਸ਼ਨਾਂ ਕੁਝ ਵੱਡੇ ਖਾਲਤਾਨੀ ਜਿਹਨਾਂ ਨੂੰ ਕਿਹਾ ਜਾਂਦਾ ਉਹਨਾਂ ਦੀਆਂ ਹੁੰਦੀਆਂ, ਅਵਤਾਰ ਖੰਡਾ ਦੀ ਹੁੰਦੀ ਹੈ, ਜਾਂ ਉੱਥੇ ਪਾਕਿਸਤਾਨ ਦੇ ਵਿੱਚ ਪੰਜਵੜ ਦੀ ਹੁੰਦੀ ਹੈ। ਤੇ ਇਹਨਾਂ ਨੂੰ ਲੋਕ ਕਹਿੰਦੇ ਆ ਵੀ ਇਹ ਇੰਡੀਆ ਗਵਰਨਮੈਂਟ ਨੂੰ ਵੀ ਪੋਲਰਾਈਜੇਸ਼ਨ ਦੀ ਜ਼ਰੂਰਤ ਹੈ, ਬੈਕ ਹੋਮ ਡੋਮੈਸਟਿਕ ਉੱਥੇ ਵੋਟਾਂ ਦੀ। ਤੇ ਉਹਦੇ ਵਿੱਚ ਕਾਫੀ ਹਿੰਦੂਤਵਾ ਦਾ ਫਾਇਦਾ ਹੁੰਦਾ, ਜਾਂ ਉਹਦੀ ਕੰਸੋਲੀਡੇਸ਼ਨ ਹੁੰਦੀ ਹੈ, ਉਹ ਇਕੱਠੇ ਹੁੰਦੇ ਆ BJP ਪਿੱਛੇ। ਜੇ ਇਹ ਅੰਦਰ ਬਾਲਾਕੋਟ ਨੂੰ ਘੁਸ ਕੇ ਮਾਰਾਂਗੇ, ਇਸ ਕਿਸਮ ਦੀ ਜੇ ਪਾਲਿਸੀ ਇੰਡੀਆ ਗਵਰਨਮੈਂਟ ਅਡਾਪਟ ਕਰਦੀ ਹੈ। ਇਹ ਵੀ ਕਿਹਾ ਜਾਂਦਾ, ਇਹਦੇ ਬਾਰੇ ਕੁਝ ਪੱਕਾ ਨਹੀਂ ਅਸੀਂ ਕਹਿ ਸਕਦੇ ਵੀ ਇਹ ਕਿੱਥੋਂ ਤੱਕ ਸਭ ਠੀਕ ਹੈ। ਤੀਸਰੀ ਗੱਲ ਇਹ ਵੀ ਤੁਸੀਂ ਇਧਰਲੇ ਪਾਸੇ ਟਰੂਡੋ ਦੀ ਵੀ ਹੁਣ ਇਲੈਕਸ਼ਨ ਆ ਰਹੀ ਹੈ। ਟਰੂਡੋ ਜਦੋਂ ਉਹਦੀ ਬੇਇੱਜ਼ਤੀ ਹੋਈ ਸੀ ਨਵੀਂ ਦਿੱਲੀ ਦੇ ਵਿੱਚ ਆਹ G20 ਵੇਲੇ, ਤੇ ਉਦੋਂ ਬੜਾ ਇੱਥੇ ਜ਼ਿਆਦਾ ਕੈਨੇਡਾ ਦੇ ਵਿੱਚ ਰੌਲਾ ਪਿਆ ਵਾ ਸੀ ਵੀ ਇਹ ਕਿਸੇ ਕੰਮ ਦਾ ਨਹੀਂ ਰਿਹਾ, ਬੜਾ ਕ੍ਰਿਟਿਸਿਜ਼ਮ ਹੋ ਰਿਹਾ ਸੀ ਸਾਰਾ। ਇਸੇ ਕਰਕੇ ਆ ਕੇ ਉਹਨੂੰ ਇਹ ਸਟਰੋਂਗ ਸਟੈਂਡ ਵੀ ਲੈਣਾ ਪਿਆ। ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੋਇਆ, ਇਹਦੇ ਪਿੱਛੇ ਕਈ ਕਾਰਨ ਹੈ, ਇੱਕ ਕਾਰਨ ਨਹੀਂ ਹੈ। ਇਹਨਾਂ ਦੇ ਰਿਲੇਸ਼ਨ ਖਰਾਬ ਹੋਣੇ, ਟ੍ਰੇਡ ਵੀ ਫਿਲਹਾਲ ਰੋਕਣਾ। ਟ੍ਰੇਡ ਦੀ 8 ਅਕਤੂਬਰ ਨੂੰ ਬੰਬੇ 'ਚ ਮੀਟਿੰਗ ਹੋਣੀ ਸੀ, ਉਹ ਵੀ ਪੋਸਟਪੋਨ ਕਰਦੇ ਨੇ ਇੰਡੀਆ ਤੇ ਕੈਨੇਡਾ ਦੀ। ਇਸ ਕਿਸਮ ਦੇ ਸਾਰੇ ਜਿਹੜੇ ਸਟੈਪ ਲੈਣੇ ਆ, ਇਹਦੇ ਪਿੱਛੇ ਇਹ ਵੱਡੇ ਕਾਰਨ ਹੈ। ਇਹ ਦੋ ਬਲਾਕ ਦਾ ਵੱਡਾ ਰੌਲਾ ਹੈ। ਨਹੀਂ ਤਾਂ ਫਿਰ ਇਹਨਾਂ ਨੇ ਕਨਿਸ਼ਕਾ ਵੇਲੇ ਵੀ ਕਈ ਕਿਸਮ ਦੀਆਂ ਰਿਪੋਰਟਾਂ ਸਰਕਾਰਾਂ ਕੋਲੇ, ਕੈਨੇਡਾ ਕੋਲੇ ਸੀਗੀਆਂ, ਇਹਨਾਂ ਨੇ ਛਾਇਆ ਨਹੀਂ ਕੀਤੀਆਂ, ਓਪਨ ਨੇ ਮੂੰਹ ਨਹੀਂ ਖੋਲਿਆ ਹੁਣ ਤੱਕ। 35 ਸਾਲ ਹੋ ਗਏ ਆ।
ਤੇ ਇਸ ਕਰਕੇ ਮਗਰੋਂ ਸਾਰਾ ਕੁਝ ਜਿਹੜੇ ਅੱਜ ਐਡੀ ਤੇਜ਼ੀ ਨਾਲ ਇੱਕ ਆਦਮੀ ਪਿੱਛੇ ਕਹਿਤਾ ਕਨਿਸ਼ਕਾ ਵਿੱਚ ਤਾਂ 365 ਬੰਦੇ ਮਰੇ ਸੀ ਜਹਾਜ਼ ਦੇ ਵਿੱਚ, ਉਹਦਾ ਜਿਹਦਾ ਜਹਾਜ਼ ਦੀ ਘਟਨਾ ਹੋਈ ਸੀ। ਤੇ ਇਸ ਕਰਕੇ ਹੁਣ ਜਿਹੜੇ ਐਡੇ ਛੋਟੇ ਪਿੱਛੇ ਇੰਨਾ ਬੋਲਿਆ ਤਾਂ ਇਹਦਾ ਮਤਲਬ ਵੀ ਕੋਈ ਇਮੀਡੀਏਟਲੀ ਕੋਈ ਹੋਰ ਫੋਰਸਸ ਆ ਜਾਂ ਹੋਰ ਘਟਨਾ ਹੈ ਇਦੋਂ ਵੀ ਵੱਧ ਕੈਨੇਡੀਅਨ ਸਿਟੀਜ਼ਨ ਮਾਰਨ ਤੋਂ ਵੀ ਵੱਧ ਕੋਈ ਹੋਰ ਪ੍ਰੈਸ਼ਰ ਹੈ ਜਿਨ੍ਹਾਂ ਦੇ ਥੱਲੇ ਇਹ ਕੰਮ ਹੋ ਰਿਹਾ। ਇਸ ਕਰਕੇ ਕਈ ਚੀਜ਼ਾਂ ਅਸੀਂ ਕਹਿ ਨਹੀਂ ਸਕਦੇ, ਪਰ ਇੱਕ ਗੱਲ ਅਸੀਂ ਸਪਸ਼ਟ ਕਹਿ ਸਕਦਾ, ਮੈਂ ਇਹਦੇ ਬਾਰੇ ਕਨਕਲੂਸਿਵਲੀ ਕਹਿ ਸਕਦੇ ਹਾਂ ਵੀ ਇਹ ਜਿਹੜਾ ਸਾਰਾ ਕੁਛ ਇੱਥੇ ਹੋ ਰਿਹਾ ਇਹਦਾ ਸਿੱਖਾਂ ਨੂੰ ਪੰਜਾਬ ਦੇ ਵਿੱਚ ਕੋਈ ਬਹੁਤਾ ਫਾਇਦਾ ਨਹੀਂ। ਸਿੱਖ ਕਨਫਿਊਜ਼ਡ ਹੈ, ਡਰੇ ਹੋਏ ਹੈ, ਚਿੰਤਾ 'ਚ ਹੈ, ਕਿਉਂਕਿ ਸਿੱਖ ਉਧਰਲੇ ਪਾਸੇ ਆਉਣਾ ਸੀ, ਕਿਸੇ ਦੇ ਬੱਚੇ ਆਉਣੇ ਸੀ, ਕਿਸੇ ਦੇ ਦੂਜੇ ਆਉਣੇ ਸੀ। ਇੱਕ ਖਾਸ ਕਿਸਮ ਦਾ ਨਫ਼ਰਤ ਦਾ ਮਾਹੌਲ ਇੰਡੀਆ ਵਿੱਚ ਬਹੁਤਾ ਗਿਆ ਜਾਂ ਹਿੰਦੂ ਸਿੱਖਾਂ ਵਿੱਚ ਗਿਆ। ਇਸ ਕਿਸਮ ਦਾ ਜਿਹੜੀ ਹੇਟ ਹੈ, ਜਿਹੜੀ ਕਿ ਇੱਕ ਬੀਜੇਪੀ ਦੀ ਪਾਲਿਸੀ ਵੀ ਹੈ, ਹੇਟ ਤੇ ਨਫ਼ਰਤ ਤੇ ਜਿਹੜੀ ਪੋਲਰਾਈਜੇਸ਼ਨ ਕਰਨੀ, ਉਹਦਾ ਜ਼ਰੂਰ ਇਹ ਸਰਵ ਹੋਇਆ। ਇੱਥੇ ਕੈਨੇਡਾ ਵਿੱਚ ਕਿੰਨੀ ਕੁ ਟਰੂਡੋ ਦੀ ਪੋਲਿਟਿਕਸ ਸਰਵ ਹੋਊਗੀ, ਪਰ ਇੱਥੇ ਕੱਲਾ ਟਰੂਡੋ ਨੂੰ ਨਹੀਂ ਕੀਤਾ ਸਾਰਾ ਕੁਝ। ਟਰੂਡੋ ਦੇ ਨਾਲ ਆਪੋਜੀਸ਼ਨ ਦਾ ਲੀਡਰ ਕੰਜ਼ਰਵੇਟਿਵ ਵੀ ਆਏ ਆ ਤੇ ਐਨਡੀਪੀ ਦਾ ਵੀ ਜਗਮੀਤ ਆਇਆ, ਸਾਰਿਆਂ ਨੇ ਇੱਕੋ ਸੁਰ 'ਚ ਬੋਲੇ ਆ। ਤੇ ਇਹ ਕਿੰਨਾ ਚਿਰ ਚੱਲਦਾ ਦੇਖਿਆ ਨਹੀਂ ਜਾਂਦਾ। ਉਦੋਂ ਪਿੱਛੋਂ 4-5 ਕੰਟਰੀ ਵੀ ਹੈ ਜਿਹੜੇ ਅਲਾਈਜ਼ ਕੰਟਰੀ, ਅਮਰੀਕਾ, ਇਹਨਾਂ ਨੇ ਸਾਰਿਆਂ ਨੇ ਸਪੋਰਟ ਕੀਤੀ ਹੈ, ਇੰਡਾਇਰੈਕਟਲੀ ਕੀਤੀ ਹੈ, ਸਪੇਸ ਦਿੱਤੀ ਹੈ, ਹਜੇ ਬਿਲਕੁਲ ਕਿਨਾਰੇ ਤੱਕ ਤਾਂ ਤੋੜਨ ਤੱਕ ਤਾਂ ਗਏ ਨਹੀਂ। ਇਹ ਸਾਰਾ ਜਿਹੜਾ ਡਿਵੈਲਪਮੈਂਟ ਹੈ ਇਹ ਬੜੀ ਕੰਪਲੀਕੇਟਡ ਹੈ, ਕੁਛ ਆਉਂਦੇ ਦਿਨਾਂ 'ਚ ਦੇਖੇ ਜਾਊ। ਪਰ ਜਿੱਥੋਂ ਤੱਕ ਕਿ ਸਿੱਖ ਮਿਨੋਰਿਟੀ ਦਾ ਸਵਾਲ ਹੈ, ਉਹਦੇ 'ਚ ਬਿਲਕੁਲ ਸਿੱਖਾਂ ਨੂੰ ਕਲੀਅਰ ਹੋਣਾ ਚਾਹੀਦਾ ਹੈ ਵੀ ਇੱਕ ਛੋਟੀ ਜਿਹੀ ਮਿਨੋਰਿਟੀ ਦੇ ਮੋਢਿਆਂ ਉੱਤੇ, ਉਹਨਾਂ ਦੇ ਪਿੰਡੇ ਉੱਤੇ ਐਡੀ ਵੱਡੀ ਪੋਲਿਟਿਕਸ ਖੇਡੀ ਜਾ ਰਹੀ ਹੈ ਜਿਹਦੇ 'ਚ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜੀ। ਉਹ ਬਹੁਤ ਛੋਟੇ ਲੈਵਲ ਤੇ ਉਹਨਾਂ ਦਾ ਨੁਕਸਾਨ ਹੀ ਹੋਣਾ। ਤੇ ਇਸ ਕਰਕੇ ਇਹ ਕੌਂਸ਼ੀਅਸ ਵੀ ਹੋ ਜਾਣਾ ਚਾਹੀਦਾ। ਇਹਦੇ ਨਾਲ ਕੋਈ ਵੱਡੀ ਕੋਈ ਖਾਲਿਸਤਾਨ ਦੀ ਮੂਵਮੈਂਟ ਨਹੀਂ ਖੜੀ ਹੋਣ ਲੱਗੀ ਤੇ ਇਹਦੇ ਨਾਲ ਕੋਈ ਉਹਨਾਂ ਨੂੰ ਵੱਡਾ ਫਾਇਦਾ ਨਹੀਂ ਹੋਣ ਲੱਗਿਆ। ਜਿਹੜਾ ਮਸਲਾ ਉਠਾਉਣਾ ਚਾਹੀਦਾ ਸੀ, ਇੱਕੋ ਲਾਸਟ ਲਾਈਨ ਮੈਂ ਕਹਿਣਾ ਚਾਹੁੰਦਾ, ਜਿਹੜਾ ਮਸਲਾ ਸਿੱਖਾਂ ਨੂੰ ਉਠਾਉਣਾ ਚਾਹੀਦਾ, ਪਹਿਲੀ ਵਾਰ ਕਿਤੇ ਕਿਸੇ ਨੇ ਕਿਹਾ ਵੀ ਹਾਂ ਸਾਡੇ ਕੋਲੇ ਕੋਈ ਗਵਰਨਮੈਂਟ ਨੇ ਐਡੀ ਵੱਡੇ ਲੈਵਲ ਉੱਤੇ ਕਿਹਾ ਗਿਆ ਜਿਹਨੂੰ ਹੋਰ 4-5 ਮੁਲਕਾਂ ਨੇ ਵੀ ਐਂਡੋਰਸ ਕੀਤਾ। ਉਹ ਪਹਿਲੀ ਵਾਰ ਕਿਹਾ ਗਿਆ ਵੀ ਇਹਦੇ ਪਿੱਛੇ ਸਰਕਾਰਾਂ ਸੀ, ਨਹੀਂ ਤਾਂ ਪੰਜਾਬ ਵਿੱਚ 30-40 ਹਜ਼ਾਰ ਮੁੰਡਾ ਮਾਰਿਆ ਗਿਆ। ਕਦੇ ਨਹੀਂ ਕਿਹਾ ਵੀ ਸਰਕਾਰ ਹੈ ਉਹਦੇ ਪਿੱਛੇ ਸੀ, ਜਾਂ ਕੋਈ ਖਾਸ ਕਿਸਮ ਦੇ ਹਾਈ ਹੈਂਡਡਨੈਸ ਵਰਤੀ ਹੈ ਜਾਂ ਝੂਠੇ ਮੁਕਾਬਲੇ ਕੀਤੇ ਹੈ। ਕਦੇ ਕੋਈ ਦੁਨੀਆ ਦਾ ਨਹੀਂ ਬੋਲਿਆ ਸਾਰਾ ਕੁਛ। ਈਵਨ ਅਸੀਂ ਜਸਵੰਤ ਖਾਲੜੇ ਨੇ ਸਾਰਾ ਕੁਝ ਕੱਢਿਆ ਸੀ, ਉਹਦੀ ਵੀ ਕੋਈ ਉਸਦੇ ਬੈਕਅਪ ਵੀ ਕਦੇ ਕਿਸੇ ਮੁਲਕ ਚੋਂ ਜਾਂ ਬਾਹਰੋਂ ਨਹੀਂ ਗਈ। ਆਪਾਂ ਸਿੱਧੂ ਸਾਹਿਬ ਆਉਣੇ ਇਸ ਗੱਲ ਤੇ ਅੱਗੇ, ਜੇ ਚਾਨਾ ਜੀ ਵੀ ਨਾਲ ਜੋੜੀਏ। ਚਾਨਾ, ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਸਾਰੀ ਇਹ ਗੱਲ ਕੀਤੀ ਹੈ, ਤਾਂ ਹੁਣ ਇਸ ਵੇਲੇ ਜਿੱਦਾਂ ਦੀ ਕੌਮਾਂਤਰੀ ਪੱਧਰ ਤੇ ਹਾਲਤ ਹੈ, ਜੋ ਕੁਛ ਜਿਸ ਤਰ੍ਹਾਂ ਭਾਰਤ ਦੇ ਵਿੱਚ ਇਸ ਵੇਲੇ ਜਿਸ ਤਰ੍ਹਾਂ ਦੀ ਪਰਿਸਥਿਤੀਆਂ ਬਣੀਆਂ ਹੋਈਆਂ ਕੈਨੇਡਾ ਵਿੱਚ ਹੈ, ਤਾਂ ਇਸ ਵੇਲੇ ਕੈਨੇਡਾ ਨੂੰ ਇੰਨੇ ਸਖਤ ਸਟੈਂਡ ਲੈਣ ਦੀ ਲੋੜ ਕੀ ਪੈ ਗਈ? ਦੇਖੋ ਜੰਡੂ ਸਾਹਿਬ, ਕਈ ਵਾਰੀ ਏਦਾਂ ਹੁੰਦਾ ਕਿ ਜਦੋਂ ਸਾਨੂੰ ਕੋਈ ਘਟਨਾ ਨਜ਼ਰ ਆਉਂਦੀ ਹੈ ਜਾਂ ਵਾਪਰਦੀ ਹੈ ਨਾ, ਉਹ ਇੱਕ ਵਾਰੀ ਤਾਂ ਐਂ ਲੱਗਦਾ ਕਿ ਐਵੇਂ ਸਾਦੀ ਜੀ ਹੈ, ਲੇਕਿਨ ਉਹਦੀ ਤਹਿ ਦੇ ਵਿੱਚ ਬਹੁਤ ਗੰਭੀਰ ਚੀਜ਼ਾਂ ਪਈਆਂ ਹੁੰਦੀਆਂ ਜਿਹੜੀਆਂ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਜਾਂ ਨੇੜ ਭਵਿੱਖ ਦੇ ਵਿੱਚ ਨਿਕਲਣੀਆਂ ਹੁੰਦੀਆਂ। ਕਈ ਵਾਰੀ ਇੰਝ ਹੁੰਦਾ ਕਿ ਜਦੋਂ ਘਟਨਾ ਵਾਪਰਦੀ ਹੈ ਲੱਗਦਾ ਕਿ ਬਹੁਤ ਵੱਡਾ ਕੋਈ ਧਮਾਕਾ ਹੋ ਗਿਆ, ਉਹਦੇ ਥੱਲੇ ਕੁਝ ਵੀ ਨਹੀਂ ਹੁੰਦਾ, ਉਹ ਇੱਕ ਹੋਰ ਪਰਪਸ ਵਾਸਤੇ ਜਿਹੜੀ ਨਾ ਉਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੁੰਦਾ। ਅਸੀਂ ਹੁਣ ਜਦੋਂ ਇਸ ਘਟਨਾ ਨੂੰ ਦੇਖਦੇ ਹਾਂ, ਇਹ ਬਹੁਤ ਕੰਪਲੀਕੇਟ ਹੋਈ ਇੱਕ ਘਟਨਾ ਲੱਗਦੀ ਹੈ, ਜਿਹਦੇ ਬਾਰੇ ਇੱਕਦਮ ਤੁਸੀਂ ਕੋਈ ਸਿੱਧੇ ਜਾਣੀ ਵਿਚਾਰ ਆਪਣੇ ਬਣਾਉਣ ਤੋਂ ਅੱਜ ਦੇ ਡੇਟ ਦੇ ਵਿੱਚ ਨਾ, ਕਿਉਂਕਿ ਸਾਰੀਆਂ ਪਿਛਲੀਆਂ ਘਟਨਾਵਾਂ ਨੂੰ ਜੋੜ ਕੇ ਤੇ ਜੋ ਫਿਊਚਰ ਕੋਰਸ ਹੈਗਾ ਉਹਦੇ ਸੰਦਰਭ ਦੇ ਵਿੱਚ ਰੱਖ ਕੇ ਅਸੀਂ ਕਿਸੇ ਨਤੀਜੇ ਤੇ ਜਿਹੜੇ ਨਾ ਉਹ ਪਹੁੰਚਾਂਗੇ। ਮੈਂ ਇਹ ਸਿਰਫ ਇੰਨਾ ਜਾਣਦਾ ਹਾਂ, ਕਿਉਂਕਿ ਕੌਮਾਂਤਰੀ ਸਰਗਰਮੀਆਂ ਦੇ ਵਿੱਚ ਰਹਿਣ ਦੀ ਵਜ੍ਹਾ ਕਰਕੇ ਦੇਸ਼ ਭਾਵੇਂ ਬਿਲਕੁਲ ਛੋਟਾ ਜਿਹਾ ਹੋਵੇ, ਟਾਪੂ ਹੋਵੇ, ਇੰਡੀਪੈਂਡੈਂਟ ਦੇਸ਼ ਹੋਵੇ, ਤੇ ਚਾਹੇ ਹੋਵੇ ਬਹੁਤ ਵੱਡਾ ਅਮਰੀਕਾ ਹੋਵੇ ਜਾਂ ਰੂਸ ਹੋਵੇ, ਉਹਨਾਂ ਦੇ ਅਧਿਕਾਰ ਕੌਮਾਂਤਰੀ ਪਲੇਟਫਾਰਮ ਦੇ ਉੱਤੇ ਬਰਾਬਰ ਹੁੰਦੇ ਆ ਔਰ ਉਹਨਾਂ ਨੂੰ ਬਰਾਬਰ ਦਾ ਹੀ ਦਰਜਾ ਦੇ ਕੇ ਉਹਨਾਂ ਦੇ ਨਾਲ ਡੀਲ ਕਰਨਾ ਪੈਂਦਾ। ਕੋਈ ਕਿਸੇ ਦਾ ਸਬੋਰਡੀਨੇਟ ਨਹੀਂ ਹੁੰਦਾ ਕੌਮਾਂਤਰੀ ਕਾਨੂੰਨਾਂ ਦੇ ਮੁਤਾਬਕ। ਹੁਣ ਇੱਕ ਤਾਂ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਟਰੂਡੋ ਨੇ ਜਿੱਦਾਂ ਪਾਰਲੀਮੈਂਟ ਦੇ ਵਿੱਚ ਇਸ ਮਸਲੇ ਨੂੰ ਉਠਾਇਆ ਆ ਔਰ ਉਹ ਪਾਰਲੀਮੈਂਟ ਦੇ ਆਪਣੇ ਸੰਸਦ ਦੇ ਮੈਂਬਰਾਂ ਨੂੰ ਇਨਫੋਰਮ ਕੀਤਾ ਆ ਇਸ ਐਸੀ ਘਟਨਾ ਬਾਰੇ ਜਿਹਦਾ ਕੋਈ ਉੱਥੇ ਸਬੂਤ ਨਹੀਂ ਪੇਸ਼ ਕੀਤਾ ਗਿਆ,
ਔਰ ਇਹਦੀ ਜ਼ਰੂਰਤ ਕਿੰਨੀ ਕੁ ਸੀ ਜਦੋਂ ਅਸੀਂ ਡਿਪਲੋਮੈਟਿਕ ਰਿਲੇਸ਼ਨਸ ਨੂੰ ਧਿਆਨ ਵਿੱਚ ਰੱਖਦੇ ਹਾਂ। ਔਰ ਉਹ ਤੋਂ ਪਹਿਲਾਂ ਕੋਈ ਇਨਕੁਆਇਰੀ ਹੋਈ, ਉਹਦਾ ਕੋਈ ਆਇਆ ਰਿਜ਼ਲਟ ਸਾਹਮਣੇ ਆਇਆ, ਔਰ ਇਹ ਹੋ ਸਕਦਾ ਕਿ ਉਹਨਾਂ ਦੇ ਕੋਲ ਇਹਦੇ ਰਿਜ਼ਲਟਸ ਹੋਣ, ਲੇਕਿਨ ਜਿਹੜਾ ਤਰੀਕਾ, ਲੇਕਿਨ ਉਹਨੇ ਜਿਹੜੀ ਇੱਕ ਹੋਰ ਗੱਲ ਕਹਿ ਦਿੱਤੀ ਹੈ, ਕਿਉਂਕਿ ਹੁਣ ਇਹ ਆ ਉਂਝ ਦੇਖੀਏ ਤਾਂ ਇਹਨੂੰ ਡਿਪਲੋਮੈਟਿਕ ਲੈਵਲ ਦੇ ਉੱਤੇ ਹੀ ਗੱਲ ਕੀਤੀ ਜਾ ਸਕਦੀ ਸੀ ਕਿ ਜੀ ਐ ਹੋਇਆ ਆ ਪਏ ਆ ਸਾਡੇ ਕੋਲ ਸਬੂਤ, ਹੁਣ ਸਰਕਾਰ ਸਾਡਾ ਸਾਥ ਦੇਵੇ, ਅਸੀਂ ਆਪਣੇ ਕਾਨੂੰਨਾਂ ਦੇ ਮੁਤਾਬਕ ਐਕਸ਼ਨ ਕਰਨਾ ਇਹਦੇ ਤੇ। ਔਰ ਉਹ ਨਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਇੱਕ ਹੋਰ ਸੈਂਟੈਂਸ ਬੋਲਦਾ ਨਾ, ਉਹ ਜ਼ਿਆਦਾ ਗੰਭੀਰ ਹੈ। ਉਹ ਇਹ ਕਹਿੰਦਾ ਕਿ ਮੈਂ G20 ਮੀਟਿੰਗ ਦੇ ਸਮੇਂ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਇਹ ਸਿੱਧਾ ਮਸਲਾ ਉਠਾਇਆ ਸੀ। ਹੁਣ ਜਦੋਂ ਪ੍ਰਧਾਨ ਮੰਤਰੀ ਦੇ ਨਾਲ ਸਿੱਧੀ ਗੱਲ ਕਰਦਾ ਤਾਂ ਫਿਰ ਵਿਚਲੇ ਜਿਹੜੀਆਂ ਤਹਿਾਂ ਹੈ ਨਾ ਡਿਪਲੋਮੈਟਿਕ ਇਹ ਤੇ ਉਹ ਤਾਂ ਫਿਰ ਥੱਲੇ ਰਹਿ ਗਈਆਂ, ਔਰ ਉਹ ਉੱਠ ਗਿਆ ਮਸਲਾ। ਉਹਨਾਂ ਨੇ ਅੰਦਰ ਮੀਟਿੰਗ ਦੇ ਵਿੱਚ ਇਹ ਕੋਈ ਗੱਲ ਉਠਾਈ, ਉਹਦਾ ਕੀ ਰਿਜ਼ਲਟ ਨਿਕਲਿਆ ਉਹ ਇੱਕ ਵੱਖਰਾ ਮਸਲਾ ਹੈਗਾ। ਜਿਹੜੀਆਂ ਹੈਗੀਆਂ ਉਹਦੇ ਪ੍ਰਤੀ ਦੋ ਘਟਨਾਵਾਂ ਦਾ ਜ਼ਿਕਰ ਕੀਤਾ ਸਿੱਧੂ ਸਾਹਿਬ ਨੇ ਕਿ ਉਹਨਾਂ ਦੀਆਂ 2 ਫੇਰੀਆਂ ਦਾ ਜਿਹੜਾ ਓਵਰਆਲ ਨਤੀਜਾ ਇਹ ਆ ਕਿ ਉਹਨੂੰ ਦੋਵੇਂ ਵਾਰੀ ਇਗਨੋਰ ਕੀਤਾ ਗਿਆ। ਉਹ ਇੱਕ ਵੱਡਾ ਮੁਲਕ ਹੈਗਾ, ਵੱਡਾ ਨਾ ਵੀ ਹੋਵੇ, ਮੈਂ ਪਹਿਲਾਂ ਕਹਿ ਹਟਿਆ, ਚਾਹੇ ਛੋਟਾ ਹੀ ਹੋਵੇ, ਚਾਹੇ ਮਾਲਦੀਵ ਹੀ ਵਰਗਾ ਹੀ ਹੋਵੇ ਕੋਈ ਛੋਟਾ ਜਿਹਾ, ਉਸ ਦੇ ਪ੍ਰਧਾਨ ਨੂੰ ਸਟੇਟਸ ਉਹੀ ਮਿਲਣਾ ਹੁੰਦਾ ਆ ਜਿਹੜਾ ਸਟੇਟਸ ਅਸੀਂ ਆਪਣੇ ਪ੍ਰਧਾਨ ਮੰਤਰੀ ਦਾ ਮੰਨਦੇ ਹਾਂ। ਸੋ ਇਸ ਕਰਕੇ ਜੇ ਉਹ ਇਗਨੋਰ ਹੋਇਆ, ਉਹਦੇ ਪਿੱਛੇ ਐਵੇਂ ਤਾਂ ਇਹ ਦੇਸ਼ ਵੀ ਕੋਈ ਏਦਾਂ ਦਾ ਹੈ ਨਹੀਂ ਸਿੱਧਾ ਸਾਦਾ ਸਾਡਾ ਦੇਸ਼ ਕਿ ਜਸਟ ਉਦਾਂ ਹੀ ਘਟਨਾਵਾਂ ਨੂੰ ਦੇਖਦਾ। ਉਹਦੇ ਪਿੱਛੇ ਇਹਨਾਂ ਕੋਲ ਆਪਣੇ ਸਬੂਤ ਹੋਣਗੇ ਕਿ ਵੀ ਅਸੀਂ ਤੁਹਾਨੂੰ ਜਿਹੜਾ ਨਾ ਉਹ ਆਪਣੇ ਬਹੁਤ ਨੇੜੇ ਦੇ ਦੋਸਤਾਂ ਦੇ ਵਿੱਚ ਨਹੀਂ ਸਮਝਦੇ, ਉਹਦੇ ਕੋਈ ਕਾਰਨ ਹੋਣਗੇ। ਔਰ ਇਹ ਸਾਰਾ ਕੁਝ ਹਿਡਨ ਚੱਲਿਆ ਆ ਰਿਹਾ ਕੈਨੇਡਾ ਵੱਲੋਂ ਵੀ ਤੇ ਇੰਡੀਆ ਵੱਲੋਂ ਵੀ। ਲੋਕ ਕਨਫਿਊਜ਼ ਇਸ ਕਰਕੇ ਆ। ਦੂਜੀ ਗੱਲ ਹੈ ਕਿ ਇਸ ਗੱਲ ਦਾ ਬਹੁਤਾ ਮੈਨੂੰ ਅਸਰ ਨਹੀਂ ਲੱਗਦਾ ਕਿ ਜੇ ਉਹ ਪਹਿਲੀ ਵਾਰੀ ਜੇ ਟਰੂਡੋ ਦੇ ਨਾਲ ਇੱਥੇ ਬਿਹਾਰ ਠੀਕ ਨਹੀਂ ਹੋਇਆ ਸੀ ਤਾਂ ਉਹਨੇ ਜਾ ਕੇ ਕੋਈ ਉਹਦਾ ਰਿਐਕਸ਼ਨ ਥੋੜ੍ਹੀ ਦਿੱਤਾ, ਉਹ ਇਸ ਵਾਰ ਦਿੱਤਾ ਹੈ ਨਾ, ਇਸ ਵਾਰ ਦਿੱਤਾ। ਨਾਲ ਹੀ ਕਹਿੰਦਾ ਕਿ ਇਹ ਮਸਲਾ ਮੈਂ ਉਠਾਇਆ ਵੀ ਸੀ, ਉੱਥੇ ਮੈਨੂੰ ਕੋਈ ਰਿਸਪੌਂਸ ਨਹੀਂ ਮਿਲਿਆ। ਔਰ ਦੂਸਰੀ ਗੱਲ ਇਹ ਹੈ ਕਿ ਕੁਛ ਗੱਲਾਂ ਇਹ ਕਹੀਆਂ ਜਾ ਰਹੀਆਂ ਕਿ ਚੋਣਾਂ ਇੱਥੇ ਵੀ ਆ ਤੇ ਚੋਣਾਂ ਉੱਥੇ ਵੀ ਆ, ਟਰੂਡੋ ਨੂੰ ਸਿੱਖਾਂ ਦੀਆਂ ਵੋਟਾਂ ਚਾਹੀਦੀਆਂ ਜਾਂ ਖਾਲਿਸਤਾਨੀ ਦੇ। ਹੁਣ ਮੈਂ ਇੱਥੇ ਥੋੜੀ ਜਿਹੀ ਇੱਕ ਗੱਲ ਨਾਲ ਹੀ ਲੈ ਲਿਓ, ਉਹ ਇਹ ਹੈ ਕਿ ਜਿਹੜੀ ਟੋਟਲ ਹੁਣ ਇਸ ਵੇਲੇ ਫਿਗਰ ਆ ਰਹੀ ਹੈ ਕਿ 18 ਲੱਖ ਜਿਹੜੇ ਭਾਰਤੀ ਹੈ ਕੈਨੇਡਾ ਦੇ ਵਿੱਚ ਇਸ ਵੇਲੇ, ਤੇ ਉਹਨਾਂ ਚੋਂ ਜਿਹੜੇ ਸਿੱਖਾਂ ਦੀ ਗਿਣਤੀ ਆ ਉਹ ਸਿਰਫ 7,76,000 ਹੈ। ਨਹੀਂ, ਉਹਦੇ ਵਿੱਚ ਵੀ ਚਲੋ ਅਸੀਂ ਸਿੱਖਾਂ ਦੀ ਜਦੋਂ ਆਪਾਂ ਗਿਣਤੀ ਕਹਿੰਦੇ ਆ ਨਾ, ਉਹ ਆਪਣੇ ਆਪ ਨੂੰ ਉਲਝਾ ਲੈਂਦੇ ਇਸ ਮਸਲੇ ਦੇ ਵਿੱਚ ਕਿ ਉਹ ਪੰਜਾਬੀ ਨੇ, ਉਹ ਜਿਨ੍ਹਾਂ ਨੂੰ ਸਿੱਖ ਕਰਕੇ ਪੇਸ਼ ਕੀਤਾ ਜਾ ਰਿਹਾ, ਬਿਲਕੁਲ ਠੀਕ, ਸਿੱਖ ਕਰਕੇ ਪੇਸ਼ ਕੀਤਾ ਜਾ ਰਿਹਾ ਨਾ, ਉਹ ਸਿੱਖ ਵੀ ਸਾਰੇ। ਬੜੀ ਕਲੀਅਰ ਸਟੇਟਮੈਂਟ ਸਿੱਧੂ ਸਾਹਿਬ ਨੇ ਦਿੱਤੀ ਆ ਕਿ ਕੀ ਖਾਲਿਸਤਾਨੀ ਹੀ ਹੈਗੇ। ਇੱਥੇ ਕਿੰਨਾ ਕੁ ਰਿਸਪੌਂਸ ਹੈ ਸਿੱਖਾਂ ਨੂੰ, ਉੱਥੇ ਆਪਾਂ ਇਹਨੂੰ 2 ਹਿੱਸਿਆਂ 'ਚ ਕਰਨਾ ਪਏਗਾ। ਔਰ ਉੱਥੋਂ ਦੇ ਜਿਹੜੀ ਸਿੱਖ ਕਮਿਊਨਿਟੀ ਵੀ ਆ ਉਹਦੇ ਵਿੱਚ ਕਿੰਨੇ % ਨੇ ਉਹ ਜਿਹੜੇ ਇਸ ਐਕਟੀਵਿਟੀ ਦੇ ਵਿੱਚ ਸ਼ਾਮਲ ਆ ਜਾਂ ਉਹ ਸੀਰੀਅਸਲੀ ਚਾਹੁੰਦੇ ਆ ਕਿ ਖਾਲਿਸਤਾਨ ਬਣਨਾ ਚਾਹੀਦਾ, ਉਹ ਕਿੰਨੇ ਆ। ਉਹ ਤੋਂ ਇਲਾਵਾ ਉਹ ਕਿੰਨੇ ਆ ਜਿਹੜੇ ਸਿੱਖ ਨਹੀਂ ਹੈ, ਨੌਨ ਸਿੱਖ ਨੇ, ਪੰਜਾਬੀ ਨੇ, ਉਹਨਾਂ ਦਾ ਰਵੱਈਆ ਕੀ ਆ, ਔਰ ਉੱਥੇ ਉਹਨਾਂ ਨੂੰ ਇਸ ਤਰ੍ਹਾਂ ਦੀ ਰੈਕੋਗਨੀਸ਼ਨ ਹੈ, ਫਿਰ ਇਸ ਨੂੰ ਐਡਾ ਵੱਡਾ ਮਸਲਾ ਇਹ ਕਿੱਦਾਂ ਬਣਿਆ। ਔਰ ਦੂਸਰਾ ਇਹ ਆ ਘਟਨਾਵਾਂ ਜਿਹੜੀਆਂ ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ 2 ਦੇਸ਼ਾਂ ਦਾ ਵੀ ਮਾਮਲਾ ਨਹੀਂ ਹੈ। ਔਰ ਟਰੂਡੋ ਨੇ ਜਿੱਦਾਂ ਹੁਣ 5 ਆਈਜ਼ ਦਾ ਜਿਹੜਾ ਨਾ ਉਹ ਜ਼ਿਕਰ ਕੀਤਾ ਗਿਆ, ਉਹਨਾਂ ਦੀ ਇੱਕ 5 ਦੇਸ਼ਾਂ ਦੀ ਸੰਸਥਾ ਹੈਗੀ ਆ, 5 ਦੇਸ਼ਾਂ ਦਾ ਇੱਕ ਪਲੇਟਫਾਰਮ ਹੈ ਜਿਹੜੇ ਉਹ ਇੱਕ ਦੂਜੇ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਔਰ ਸਾਰੀ ਖੁਫੀਆ ਜੋ ਵੀ ਉਹ ਸ਼ੇਅਰ ਕਰਦੇ ਆ। ਤੇ ਇਹ 'ਚ ਕੋਈ ਐਸਾ ਚਾਂਸ ਨਹੀਂ ਹੈ ਕਿ ਇੰਟਰਨੈਸ਼ਨਲ ਮਾਮਲਾ ਹੋਵੇ ਤਾਂ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਲਿਆਉਣ ਤੋਂ ਪਹਿਲਾਂ 5 ਆਈਜ਼ ਦੇ ਦੇਸ਼ਾਂ ਨੂੰ ਉਹਦੇ ਬਾਰੇ ਜਾਣਕਾਰੀ ਨਾ ਦਿੱਤੀ ਹੋਵੇ। ਔਰ ਉਹ 5 ਦੇਸ਼ ਜਿਹੜੇ ਆ, ਜੇ ਉਹਦਾ ਕੋਈ ਤਰੀਕਾ ਸਹੀ ਹੁੰਦਾ ਉਠਾਉਣ ਦਾ, ਤੇ ਹੋ ਸਕਦਾ ਸੀ ਕਿ ਉਹਦੇ ਪਿੱਛੇ ਉਹ ਲਾਮਬੰਦ ਹੋ ਜਾਂਦੇ।
ਔਰ ਉਹ ਉਹਦੇ ਪਿੱਛੇ ਖੜੇ ਹੋ ਜਾਂਦੇ ਕਿ ਟਰੂਡੋ ਨੇ ਜਿਹੜਾ ਮਸਲਾ ਉਠਾਇਆ ਹੈਗਾ ਨਾ ਅਸੀਂ ਉਹਦੇ ਨਾਲ ਆ ਜਾਂ ਇਹ ਹੋਣਾ ਚਾਹੀਦਾ। ਲੇਕਿਨ ਲੁਕਮੀ ਟੋਨ ਦੇ ਵਿੱਚ ਇਹੀ ਕਿਹਾ ਗਿਆ ਕਿ ਇਹ ਬਹੁਤ ਮਾੜਾ ਆ, ਇਹ ਗਲਤ ਹੈਗਾ, ਜੋ ਵੀ ਡਿਵੈਲਪਮੈਂਟ ਹੋਈ ਗਲਤ ਆ। ਲੇਕਿਨ ਕਿਹਾ ਇਹ ਗਿਆ ਆ ਕਿ ਭਾਰਤ ਕੈਨੇਡਾ ਦੇ ਨਾਲ ਕੋਆਪਰੇਟ ਕਰੇ। ਇਹਦਾ ਮਹਿਨਾ ਕੀ ਆ ਕਿ ਅੰਦਰ ਖਾਤੇ ਉਹ ਉਸ ਪਾਸੇ ਖੜੇ ਆ, ਹਨਾ, ਕਿ ਭਾਰਤ ਕੋਆਪਰੇਟ ਕਰੇ। ਉਹਨਾਂ ਨੇ ਇਹ ਨਹੀਂ ਕਿਹਾ ਕਿ ਸਬੂਤ ਪੇਸ਼ ਕਰੋ ਕੈਨੇਡਾ ਨੂੰ, ਸਬੂਤ ਇਕੱਠੇ ਕਰਨ ਦੇ ਲਈ ਜਾਂ ਸਬੂਤ ਸਾਹਮਣੇ ਲਿਆਉਣ ਦੇ ਲਈ। ਹੁਣ ਇਹ ਇੱਕ ਇਹ ਅਸੀਂ ਆਪਣੇ ਦੇਸ਼ ਦੇ ਵਿੱਚ ਜਦੋਂ ਕੋਈ ਗੱਲ ਦੇ ਉੱਤੇ ਨਾ ਉਹਦਾ ਤੇ ਕੌਮਾਂਤਰੀ ਐਨਾਲਿਸਿਸ ਦਾ ਬਹੁਤ ਫਰਕ ਹੁੰਦਾ, ਭਾਵੇਂ ਕਿ ਕੌਮਾਂਤਰੀ ਰਿਸ਼ਤੇ ਜਿਹੜੇ ਨਾ ਆਪਣੀ ਨੈਸ਼ਨਲ ਪਾਲਿਸੀ ਦੇ ਉੱਪਰ ਹੀ ਬੇਸਡ ਕਰਦੇ ਆ, ਲੇਕਿਨ ਉਹ ਬਿਹੇਵੀਅਰ ਨਹੀਂ ਚੱਲ ਸਕਦਾ ਜਿਹੜਾ ਅਸੀਂ ਆਪਣੇ ਅੰਦਰ ਕਰਦੇ ਹਾਂ। ਹੁਣ ਉਹਨਾਂ ਦੇ ਲਈ ਇਹ ਰੈਫਰੈਂਡਮ ਕਰਨਾ, ਮੰਗ ਕਰਨੀ, ਉਹ ਜਦੋਂ ਉਹ ਆਪਣੀ ਡੈਫੀਨੇਸ਼ਨ ਦੇ ਵਿੱਚ ਰੱਖ ਕੇ ਦੇਖਦੇ ਆ ਕਿ ਸਾਡੇ ਲਈ ਡੈਮੋਕ੍ਰੈਟਿਕ ਰਾਈਟ ਦਾ ਕੀ ਮਾਇਨਾ ਹੈਗਾ। ਆ ਹੁਣੇ 3-4 ਐਗਜ਼ਾਮਪਲ ਸਿੱਧੂ ਸਾਹਿਬ ਨੇ ਦਿੱਤੀਆਂ ਕਿ ਉਹ ਵੋਟਾਂ ਪਾਉਂਦੇ ਆ। ਹੁਣ ਵੋਟਾਂ ਦਾ ਕਿੰਨਾ ਕੁ ਫਰਕ ਸੀਗਾ। ਕੁਇਬੈਕ ਦਾ ਏਰੀਆ ਜਿਹੜਾ ਹੈ ਨਾ ਜਾਂ ਫ੍ਰੈਂਚ ਸਪੀਕਿੰਗ ਏਰੀਆ ਆ, ਉਹ ਕਿੰਨੇ % ਦਾ ਫਰਕ ਸੀਗਾ। ਲੇਕਿਨ ਵੋਟਾਂ ਦੇ ਵਿੱਚ ਉਹਨਾਂ ਨੂੰ ਬਹੁਮਤ ਨਹੀਂ ਮਿਲਿਆ, ਉਹ ਬੈਠ ਗਏ ਕਿ ਸਾਡੇ ਕੋਲ ਬਹੁਮਤ ਨਹੀਂ ਹੈ, ਅਸੀਂ ਅਲੱਗ ਨਹੀਂ ਹੋਣਾ। ਇਸੇ ਤਰ੍ਹਾਂ ਹੀ ਦੂਸਰੇ ਹੋਰ ਦੇਸ਼ਾਂ ਦੇ ਵਿੱਚ ਜਾਂ ਯੂਕੇ ਦੇ ਵਿੱਚ ਵੀ, ਇੰਗਲੈਂਡ ਸਕਾਟਲੈਂਡ ਦੇ ਅੰਦਰ ਹੋਇਆ, ਸਕਾਟਲੈਂਡ ਦਾ ਵੀ ਇਸ ਤਰ੍ਹਾਂ। ਜਿਹੜੇ ਯੂਰਪ ਦੇ ਹੋਰ ਕੰਟਰੀਜ਼ ਹੈ, ਚੈਕੋਸਲੋਵਾਕੀਆ ਦੇ ਵਿੱਚ, ਉਹ ਚੈਕੋਸਲੋਵਾਕੀਆ ਇਕੱਠਾ ਸੀ, ਉਹਨਾਂ ਦਾ ਲੋਕਾਂ ਨੂੰ ਦੁਨੀਆ ਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਆਰਾਮ ਦੇ ਨਾਲ ਜਿਹੜਾ ਚੈੱਕ ਅਲੱਗ ਹੋ ਗਿਆ, ਸਲੋਵਾਕ ਜਿਹੜੇ ਨਾਲ ਅਲੱਗ ਹੋ ਗਿਆ, ਹਨਾ। ਉਹਨਾਂ ਨੂੰ ਇਹ ਗੱਲ ਹੀ ਨਹੀਂ ਸਮਝ ਆਉਂਦੀ ਕਿ ਸਾਡਾ ਇਹ ਮਸਲਾ ਕਿੰਨਾ ਸਾਡੇ ਵਾਸਤੇ ਗੰਭੀਰ ਆ। ਉਹਨਾਂ ਵਾਸਤੇ ਸਿੰਪਲ ਲੱਗਦੀ ਹੈ ਗੱਲ। ਪਰ ਜੇ ਵੋਟਾਂ ਪਾ ਕੇ ਵੀ ਬਹੁਮਤ ਨਾ ਮਿਲਿਆ, ਉਹਨਾਂ ਨੇ ਫਿਰ ਕੀ ਇਹ ਟਿਕ ਜਾਣਗੇ ਕਿ ਸਾਡੇ ਕੋਲ ਬਹੁਮਤ ਤਾਂ ਹੈ ਨਹੀਂ, ਸਾਡੇ ਖਾਲਿਸਤਾਨ ਦੇ ਹੱਕ ਦਾ ਵੋਟ ਹੀ ਨਹੀਂ ਪਈ। ਉਹ ਕਹਿਣਗੇ ਸਾਨੂੰ ਬਹੁਮਤ ਨਹੀਂ ਮਿਲਿਆ ਇਸ ਕਰਕੇ। ਸੋ ਇਸ ਕਰਕੇ ਜਦੋਂ ਉਹ ਇਸ ਵਕਤ ਤੋਂ ਦੇਖਦੇ ਆ ਕਿ ਵੀ ਜੀ ਇਹ ਜੇ ਕਹਿੰਦੇ ਆ ਕਿ ਅਸੀਂ ਤਾਂ ਵੋਟ ਪਾਵਾਂਗੇ, ਅਸੀਂ ਤਾਂ ਐਂ ਕਰਾਂਗੇ, ਉਹ ਕਰਾਂਗੇ, ਉਹਨਾਂ ਨੂੰ ਕੋਈ ਇਹਦੇ 'ਚ ਗੰਭੀਰਤਾ ਨਜ਼ਰ ਨਹੀਂ ਆਉਂਦੀ ਜਿਹੜੀ ਭਾਰਤ ਵਾਸਤੇ ਗੰਭੀਰਤਾ ਦਾ ਮਾਇਨਾ ਹੈਗਾ ਆ, ਹਨਾ। ਕਿਉਂਕਿ ਦੂਸਰੀ ਗੱਲ ਇਹ ਆ ਕਿ ਉੱਥੋਂ ਦੀ ਜਿਹੜੀ ਪੰਜਾਬੀ ਕਮਿਊਨਿਟੀ ਵੀ ਆ, ਹੁਣ ਉਹ ਪਤਵੰਤ ਸਿੰਘ ਨੇ ਇੱਕ ਹੋਰ ਚੰਦ ਚੜਾ ਦਿੱਤਾ ਆ, ਬਿਆਨ ਦੇ ਦਿੱਤਾ ਆ ਕਿ ਇਹ ਹਿੰਦੂ ਆ, ਜਿਹੜੇ ਉਹ ਹਿੰਦੂ ਸਾਰੇ ਲਪੇਟ ਲਿਆ ਉਹਨੇ ਇਹਦੇ ਵਿੱਚ, ਹਨਾ, ਇਸ ਘਟਨਾ ਦੇ ਵਿੱਚ, ਵੀ ਉਹ ਫਿਰ ਇੱਥੋਂ ਛੱਡ ਕੇ ਚਲੇ ਜਾਣ ਜੇ ਤੁਸੀਂ ਕੈਨੇਡਾ ਦੇ ਸੰਵਿਧਾਨ ਨੂੰ ਨਹੀਂ ਮੰਨਦੇ, ਹਨਾ। ਔਰ ਇਹ ਆ ਕਿ ਉਹਨਾਂ ਨੇ ਆਪਣੇ ਸੰਵਿਧਾਨ ਦੀ ਰਾਖੀ ਦੇ ਲਈ, ਲੇਕਿਨ ਜਿਸ ਢੰਗ ਦੇ ਨਾਲ ਇਹ ਸ਼ੁਰੂ ਹੋਇਆ ਨਾ ਔਰ ਜਿਸ ਤਰ੍ਹਾਂ ਇਨੀਸ਼ੀਏਟ ਹੋਇਆ ਆ, ਉਹ ਪਹਿਲਾ ਤਰੀਕਾ ਠੀਕ ਸੀ, ਨਹੀਂ ਸੀ ਸੁਣਿਆ ਔਰ ਉਹਨੂੰ ਦੁਬਾਰਾ ਉਠਾਇਆ ਜਾਂਦਾ ਕਿ ਜੀ ਉਦੋਂ ਮਾਹੌਲ ਹੋਰ ਸੀ, ਹੁਣ ਦੁਬਾਰਾ। ਸਾਡੇ ਵੱਲੋਂ ਵੀ ਕੀ ਹੋਇਆ, ਹੁਣ ਸਾਡੀਆਂ ਜਿਹੜੀਆਂ ਸਟੇਟਮੈਂਟਾਂ ਹੈਗੀਆਂ ਆ ਉਹਨਾਂ ਵਿੱਚ ਐਸੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈਗੀ ਆ ਜਿਹੜੇ ਸ਼ਬਦ ਡਿਪਲੋਮੈਟਿਕ ਲੈਵਲ ਦੇ ਉੱਤੇ ਅਸੀਂ ਉਸ ਤਰ੍ਹਾਂ ਇਸਤੇਮਾਲ ਨਹੀਂ ਕਰ ਸਕਦੇ, ਨਹੀਂ ਕਰਨੇ ਚਾਹੀਦੇ, ਜਿਹੜੇ ਅਸੀਂ ਆਪਣੇ ਨੈਸ਼ਨਲ ਲੈਵਲ ਤੇ ਕਰ ਸਕਦੇ ਹਾਂ। ਡਾਇਰੈਕਟ ਹਿੱਟ ਕਰਨਾ ਜਿਹੜਾ ਨਾ ਉਹ ਕੌਮਾਂਤਰੀ ਰਿਸ਼ਤਿਆਂ ਦੇ ਵਿੱਚ ਕਈ ਵਾਰੀ ਬਹੁਤ ਲੰਬੇ ਵਿਗਾੜ ਪਾ ਦਿੰਦਾ, ਹਨਾ, ਕਿ ਇਹਨਾਂ ਦਾ ਤਾਂ ਜੀ ਇਹਨਾਂ ਦੀ ਤਾਂ ਨੀਤੀ ਇਹ ਆ, ਇਹ ਕਾਤਲਾਂ ਨੂੰ, ਇਹ ਜਿਹੜੇ ਆ ਦੂਸਰੇ ਜਿਹੜੇ ਅੱਤਵਾਦੀ ਹੈਗੇ ਉਹਨਾਂ ਨੂੰ ਸ਼ਰਨ ਦੇਣਾ ਇਹਨਾਂ ਦੀ ਤਾਂ ਪਾਲਿਸੀ ਆ, ਹਨਾ। ਔਰ ਫਿਰ ਇਹਦੇ ਤੇ ਹੁਣ ਅੜਕਾ, ਇਹਦੇ ਤੇ ਘਸਮਾਨ ਹੋਣਾ, ਹਨਾ, ਘਮਸਾਨ ਇਹਦੇ ਤੇ ਪੈਣਾ ਹੈਗਾ ਕਿ ਵੀ ਕੀ ਇਹ ਏਦਾਂ ਹੈਗੀ ਆ ਗੱਲ ਕਿ ਨਹੀਂ ਹੈ। ਯੂਰਪ ਦੇ ਵਿੱਚ ਅਸਾਈਲਮ ਦੀ ਪਾਲਿਸੀ ਆ, ਉਹ ਕਹਿੰਦਾ ਜੀ ਮੈਨੂੰ ਮੇਰੀ ਸਰਕਾਰ ਨੇ ਮਾਰ ਦੇਣਾ, ਮੈਂ ਆਪਣੀ ਸਰਕਾਰ ਦੇ ਖਿਲਾਫ ਹੈਗਾ ਆ, ਇਸ ਕਰਕੇ ਮੈਂ ਭੱਜ ਕੇ ਤੁਹਾਡੇ ਦੇਸ਼ 'ਚ ਆ ਗਿਆ। ਉਹ ਕਹਿੰਦੇ ਆਜਾ ਬਣਿਆ ਹੋਇਆ ਇੱਕ ਅਸਾਈਲਮ ਹਾਊਸ, ਤੈਨੂੰ ਅਸੀਂ ਪੈਸੇ ਵੀ ਦੇਵਾਂਗੇ, ਰੋਟੀ ਖਾ, ਤੇਰੀ ਜਾਨ ਬਚ, ਹਨਾ। ਉਹਨਾਂ ਦੀਆਂ ਨੀਤੀਆਂ ਹੋਰ ਤਰ੍ਹਾਂ ਦੀਆਂ, ਅਸੀਂ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਉਹਦੇ ਵਿੱਚ ਕਿਸ ਤਰ੍ਹਾਂ ਡੀਲ ਕਰਨੀ। ਔਰ ਇਹ ਹੋਇਆ ਬਹੁਤ ਮਾੜਾ ਆ ਕਿਉਂਕਿ ਪੰਜਾਬ ਵਿਸ਼ੇਸ਼ ਤੌਰ ਤੇ ਹੁਣ ਤਾਂ ਦੇਸ਼ ਦੇ ਦੂਜੇ ਭਾਗਾਂ ਤੋਂ ਵੀ ਲੋਕ ਜਿਹੜੇ ਕੈਨੇਡਾ ਵੱਲ ਨੂੰ ਹੁਣ ਤਾਂ ਹੀ ਇਸ ਕਰਕੇ ਹੀ ਆ, ਪਹਿਲਾਂ ਪੰਜਾਬੀਆਂ ਦੀ ਭਰਮਾਰ ਸੀ, ਹੁਣ ਉਹ ਰਲ ਕੇ ਅੱਧ 'ਚ ਆ ਗਏ ਕਿਉਂਕਿ ਦੂਸਰਿਆਂ ਦੀ ਗਿਣਤੀ ਹੋਰ ਵੱਧ ਰਹੀ ਆ। ਇਹਦਾ ਮਤਲਬ ਕਿ ਦੂਸਰੀਆਂ ਕਮਿਊਨਿਟੀਜ਼ ਇਨਕਲੂਡਿੰਗ ਹਿੰਦੂਜ਼, ਉਹਨਾਂ ਦਾ ਵੀ ਕੈਨੇਡਾ ਵੱਲ ਨੂੰ ਜਿਹੜਾ ਨਾ ਵਹਾਅ ਆ ਉਹ ਬਹੁਤ ਵਧਿਆ ਹੋਇਆ, ਤਾਂ ਹੀ ਉਹ 15 ਤੇ ਪਹੁੰਚੇ ਆ। ਔਰ ਹੁਣ ਨਹੀਂ ਤਾਂ ਹੁੰਦਾ ਕੀ ਸੀ, ਰੇਸ਼ੋ 70-30 ਦੀ ਵੀ ਨਹੀਂ ਸੀ, 75-25 ਦੀ ਵੀ ਨਹੀਂ ਸੀ, ਹਨਾ, ਪੰਜਾਬੀ ਸੀਗੇ। ਹੁਣ ਇਹ ਆ ਕਿ ਏਅਰਪੋਰਟ ਤੇ ਤੁਸੀਂ ਜਦੋਂ ਜਾਓਗੇ ਦੇਖੋਗੇ ਕਿ ਜਹਾਜ਼ ਥੋੜੇ ਆ, ਬੰਦੇ ਚੜ੍ਹਨ ਦੇ ਲਈ ਭੀੜ ਲੱਗਣ ਨੂੰ ਤਿਆਰ ਆ ਉੱਤੇ ਜਹਾਜ਼, ਹਨਾ। ਔਰ ਉਹ ਸਟੂਡੈਂਟ ਆ, ਯੰਗ ਆ ਮੁੰਡੇ, ਔਰ ਜਿਹੜੇ ਬਾਹਰ ਬੈਠ ਕੇ
ਖਾਲਿਸਤਾਨ ਬਣਾਉਂਦੇ ਆ, ਉਹ ਕਿੱਥੇ ਬਣਾਉਂਦੇ ਆ? ਉਹ ਤਾਂ ਪੰਜਾਬ, ਮੈਂ ਜਾਣੀ ਭਾਵੇਂ ਇਹ ਹਲਕੀ ਗੱਲ ਹੈਗੀ ਆ, ਜੇ ਕੈਨੇਡਾ ਦੀ ਸਰਕਾਰ ਇਹ ਕਹਿ ਦੇਵੇ ਕਿ ਜਿਹੜੇ ਪੈਦਲ ਆ ਜਾਣਗੇ ਨਾ ਅਸੀਂ ਸਾਰਿਆਂ ਨੂੰ ਰੱਖ ਲਵਾਂਗੇ, ਤਾਂ ਅਲਾਸਕਾ ਵੱਲ ਹੀ ਘੁੰਮ ਕੇ ਸਾਰਾ ਪੰਜਾਬ ਜਿਹੜਾ ਨਾ ਪੰਜਾਬ ਉੱਥੇ ਕੈਨੇਡਾ ਚਲੇ ਜਾਏਗਾ। ਔਰ ਇਹ ਤਾਂ ਹਾਲਾਤ ਹੋਏ ਪਏ ਆ, ਔਰ ਇੱਥੋਂ ਬਾਹਰ ਜਾ ਰਹੇ ਆ, ਔਰ ਇੱਥੇ ਦੇ ਬਾਰੇ, ਔਰ ਇੱਥੇ ਲੋਕ ਜਦੋਂ ਆ ਹੁਣ ਪਿਛਲੇ ਚ ਘਟਨਾਵਾਂ ਵਾਪਰੀਆਂ, ਜਿਹੜੇ ਨਿਖਰ ਕੇ ਸਾਹਮਣੇ ਆਏ, ਜਿਨ੍ਹਾਂ ਨੇ ਇਸ ਪਾਸੇ ਆਪਣੀਆਂ ਉਮਰਾਂ ਲਾਈਆਂ, ਜੇਲ੍ਹਾਂ ਚ ਕੱਟੀਆਂ, ਉਹਨਾਂ ਚੋਂ ਬਹੁਤ ਸਾਰੇ ਬੰਦੇ ਦੀਆਂ ਸਟੇਟਮੈਂਟਾਂ ਨੇ ਕਿ ਇਹ ਜਿਹੜਾ ਨਾ ਇਸ ਤਰ੍ਹਾਂ ਦਾ ਪ੍ਰੋਵੋਕੇਟਿਵ ਹੈ ਜਿਹੜਾ ਐਟੀਟਿਊਡ ਹੈਗਾ ਨਾ, ਉਹ ਸਾਨੂੰ ਸੂਟ ਨਹੀਂ ਕਰਦਾ। ਸੋ ਇਸ ਕਰਕੇ, ਲੇਕਿਨ ਇਹ ਮੈਂ ਜੋ ਨਤੀਜੇ ਤੇ ਪਹੁੰਚ ਕਿ ਇਹ ਲੋਕਾਂ ਦੇ ਲੈਵਲ ਤੇ ਨਹੀਂ ਹੈ, ਇਹ ਸਿੱਖਾਂ ਦੇ ਲੈਵਲ ਤੇ ਨਹੀਂ ਹੈ, ਕੁਝ ਚੁਣਿੰਦਾ ਲੋਕ ਹੈਗੇ ਆ, ਕੋਈ ਹੋਰ ਪੋਲੀਟੀਕਲ ਗੇਮ ਇਹਦੇ ਪਿੱਛੇ ਹੈਗੀ ਆ, ਜਿਹੜੀ ਆਲਮੋਸਟ ਕਲੀਅਰ ਵੀ ਆ। ਜਦੋਂ ਕੋਈ ਕੌਮਾਂਤਰੀ ਲੈਵਲ ਦੇ ਉੱਤੇ ਘਟਨਾ ਵਾਪਰਨੀ ਹੁੰਦੀ ਆ, ਜਾਂ ਇੱਕ ਦੇਸ਼ ਦੂਸਰੇ ਦੇਸ਼ ਵੱਲ ਨੂੰ ਥੋੜਾ ਜਿਹਾ ਝੁਕਦਾ ਆ, ਉਦੋਂ ਇਹੋ ਜਿਹੀ ਘਟਨਾ ਵਾਪਰਦੀ, ਉਦੋਂ ਇਹੋ ਜਿਹਾ ਇਸ਼ੂ ਉਠਾਇਆ ਜਾਂਦਾ ਹਨਾ, ਕਿ ਨਹੀਂ ਤਾਂ ਫਿਰ ਅਸੀਂ ਐਂ ਕਰਾਂਗੇ। ਔਰ ਇਹ ਜਿਹੜੇ ਡਿਪਲੋਮੈਟ ਆ ਨਾ, ਸਾਰੀ ਦੁਨੀਆ ਦੇ ਹੀ ਡਿਪਲੋਮੈਟਿਕ ਲੋਕ ਹੁੰਦੇ ਆ, ਜਿਹੜਾ ਉਹਨਾਂ ਦਾ ਇਹੀ ਕੰਮ ਹੈ, ਉਹ ਪਟਾਰਾ ਸਾਂਭ ਕੇ ਰੱਖਦੇ ਆ ਕਿ ਕਦੋਂ ਕਿਹੜੀ ਚੀਜ਼ ਉਹਦੇ ਚੋਂ ਕੱਢਣੀ। ਬਹੁਤ ਸਾਰੇ ਜਾਦੂ ਹੁੰਦੇ ਉਸ ਪਟਾਰੇ ਦੇ ਵਿੱਚ। ਉਹ ਰੂਲ ਹੁੰਦਾ ਨਾ, ਰੂਲ ਰੱਖਿਆ ਹੋਇਆ ਐ ਕਰਕੇ, ਉਹ ਕਹਿੰਦਾ ਮੈਂ ਕਬੂਤਰ ਲੱਗਾ ਕੱਢਣ ਨਾ, ਔਰ ਉਹ ਬਹੁਤ ਸਾਰੇ ਪਟਾਰੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਜਿਹਦੇ ਚ ਕਬੂਤਰ ਵੀ ਹੁੰਦੇ ਆ, ਜਿਹਦੇ ਵਿੱਚ ਸੋਨੇ ਦੀਆਂ ਉਹ ਵੀ ਹੁੰਦੀਆਂ, ਅਤੇ ਆਪ ਉਹ ਮੰਗਦਾ ਫਿਰਦਾ ਹੁੰਦਾ। ਤੇ ਇਸ ਕਰਕੇ ਉਹ ਕੱਢ ਕੇ ਦਿਖਾਉਂਦਾ ਕਿਦਾ, ਉਹ ਪਾਲਿਸੀ ਜਾਣੀ ਇੱਕ ਸ਼ੀਸ਼ਾ ਦਿਖਾਉਣ ਦੇ ਲਈ ਕਈ ਵਾਰੀ ਇਹੋ ਜਿਹੀਆਂ ਗੱਲਾਂ ਦੂਸਰੇ ਦੇ ਦੇਸ਼ਾਂ ਦੇ ਸਾਹਮਣੇ। ਹੁਣ ਇਹ ਕੌਮਾਂਤਰੀ ਰਿਲੇਸ਼ਨ ਜੋ ਘਟਨਾਵਾਂ ਵਾਪਰੀਆਂ, ਜਿਹੜੀ ਐਕਸਪੈਕਟੇਸ਼ਨ ਅਮਰੀਕਾ ਨੂੰ ਇੰਡੀਆ ਤੋਂ ਹੈ, ਉਹ ਸ਼ਾਇਦ ਉਹਨਾਂ ਦੀ ਪੂਰੀ ਨਹੀਂ ਹੋ ਰਹੀ ਹਨਾ। ਜਾਂ ਇਹ ਆ ਕਿ ਜਿੱਦਾਂ ਦੇ ਰਿਲੇਸ਼ਨ ਉਹ ਝੁਕਾ ਆਪਣੇ ਵੱਲ ਨੂੰ ਚਾਹੁੰਦੇ ਆ, ਜਾਂ ਚਾਈਨਾ ਚਾਹੂਗਾ ਤਾਂ ਚਾਈਨਾ ਜਿਹੜਾ ਨਾ, ਉਹਦੇ ਕੋਲ ਵੀ ਪੱਤੇ ਰੱਖੇ ਹੋਏ ਆ ਖੇਡਣ ਦੇ ਵਾਸਤੇ ਹਨਾ, ਜਦੋਂ ਇਹ ਉਧਰ ਨੂੰ ਜਾਣਗੇ ਤਾਂ। ਲੇਕਿਨ ਇਹਦੇ ਚ ਆਪਣੀ ਉਹਦੇ ਵਿੱਚ ਇਹੀ ਡਿਪਲੋਮੈਟਿਕ ਪਾਲਿਸੀ ਹੁੰਦੀ ਆ ਕਿ ਦੋਹਾਂ ਧਿਰਾਂ ਦੀ ਖਿੱਚ ਦੇ ਵਿੱਚ ਅਸੀਂ ਸਰਵਾਈਵ ਕਿਵੇਂ ਕਰਨਾ ਤੇ ਅੱਗੇ ਕਿਵੇਂ ਵਧਣਾ ਹੈਗਾ, ਉਹੀ ਹੁੰਦੀ ਹੈ ਡਿਪਲੋਮੈਸੀ ਅਸਲ ਦੇ ਵਿੱਚ ਹਨਾ। ਸੋ ਮੇਰਾ ਖਿਆਲ ਹੈ ਕਿ ਨਾ ਤਾਂ ਅਸੀਂ ਇਦਾਂ ਬਿਹੇਵ ਕਰ ਸਕਦੇ ਹਾਂ ਕਿ ਦੂਸਰੇ ਦੇਸ਼ ਦਾ ਇੱਕ ਡਿਗਨੇਟਰੀ ਨਹੀਂ ਹੈਡ ਆਵੇ ਤਾਂ ਉਹਨੂੰ ਇਦਾਂ ਡੀਲ ਕਰੀਏ ਕਿ ਜਿੱਦਾਂ ਸਾਡਾ ਮੁੱਖ ਮੰਤਰੀ ਹੁੰਦਾ ਨਾ, ਇਦਾਂ ਇਹ ਤਰੀਕਾ ਵੀ ਜਿਹੜਾ ਨਾ ਉਹ ਠੀਕ ਨਹੀਂ ਹੈਗਾ। ਲੇਕਿਨ ਉਹਨੇ ਜਿਸ ਤਰ੍ਹਾਂ ਬਿਨਾਂ ਕਿਸੇ ਸਬੂਤ ਤੋਂ ਪਾਰਲੀਮੈਂਟ ਦੇ ਵਿੱਚ ਮਸਲਾ ਉਠਾ ਦਿੱਤਾ ਆ, ਔਰ ਉਹ ਜਿਹੜਾ ਨਾ ਉਹ ਮੇਰਾ ਨਹੀਂ ਖਿਆਲ ਕਿ ਵੀ ਉਹ ਪਾਰਲੀਮੈਂਟ ਚ ਉਹ ਸਾਰੀਆਂ ਪਾਰਟੀਆਂ ਹੁਣ ਉਹਦੇ ਨਾਲ ਉਹਨੇ ਆਪਣੇ ਨਾਲ ਲੈਣ ਦੇ ਲਈ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਜਾਂ ਜਗਮੀਤ ਨੂੰ ਆਪਣੇ ਨਾਲ ਲੈਣ, NDP ਨੂੰ ਨਾਲ ਲੈਣ ਦੇ ਲਈ ਸਟੇਟਮੈਂਟ ਉੱਥੇ ਦਿੱਤੀ ਆ। ਉਹ ਤਾਂ ਵੈਸੇ ਵੀ ਜਿਹੜਾ ਨਾ ਉਹ ਇੱਕ ਦੂਜੇ ਦੇ ਨਾਲ ਮੀਟਿੰਗ ਕਰ ਸਕਦੇ ਸੀਗੇ। ਸੋ ਇਹਨੂੰ ਜਿਹੜਾ ਉਛਾਲਿਆ ਗਿਆ ਆ, ਇਹਦੇ ਪਿੱਛੇ ਕੋਈ ਹੋਰ ਵੀ ਗੰਭੀਰ ਗੱਲਾਂ ਹੋਣਗੀਆਂ ਜਿਹੜੀਆਂ ਸਾਹਮਣੇ ਆਉਣਗੀਆਂ, ਲੇਕਿਨ ਜੋ ਵੀ ਹੋਇਆ ਆ ਉਹ ਚੰਗਾ ਨਹੀਂ ਹੋਇਆ। ਔਰ ਇਹ ਮਾੜੇ ਪਾਸੇ ਵੱਲ ਨੂੰ ਜਾਣ ਵਾਲੇ ਜਿਹੜੇ ਨਾ ਕਦਮ ਹੈਗੇ, ਪਹਿਲਾਂ ਕੈਨੇਡਾ ਨੇ ਕੱਢਿਆ ਸਾਡਾ ਜਿਹੜਾ ਡਿਪਲੋਮੈਟ ਸੀਗਾ, ਔਰ ਹੁਣ ਇੰਡੀਆ ਨੇ ਕੱਢ ਦਿੱਤਾ। ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਕਹਿਤਾ, ਜਿਹੜੀ ਸਭ ਤੋਂ ਮਾੜੀ ਗੱਲ ਹੋਈ ਆ ਕਿ ਸਾਡੇ ਨਾਗਰਿਕ ਜਿਹੜੇ ਨਾ ਕੈਨੇਡਾ 'ਚ ਹੈਗੇ ਆ, ਉਹ ਵੀ ਸਾਵਧਾਨੀ ਦੇ ਨਾਲ ਰਹਿਣ ਹਨਾ। ਤੇ ਉਹਨਾਂ ਨੇ ਵੀ ਕਹਿਤਾ ਕਿ ਵੀ ਜਿਹੜਾ ਇੰਡੀਆ 'ਚ ਜਾ ਰਿਹਾ ਕੋਈ ਕੈਨੇਡੀਅਨ ਜਾਂ ਉੱਥੇ ਉਹਨਾਂ ਦਾ ਜਿਹੜਾ ਨਾ ਉਹ ਸਭ, ਇਹ ਜਿਹੜਾ ਨਾ ਇੱਕ ਮਾਸ ਲੈਵਲ ਦੇ ਉੱਤੇ ਡਿਪਲੋਮੈਟਿਕ ਚੀਜ਼ ਜਿਹੜੀ ਕਮਰੇ 'ਚ ਬੈਠ ਕੇ ਸੁਲਝਾਉਣ ਵਾਲੀ ਹੈਗੀ ਆ, ਉਹਨੂੰ ਮਤਲਬ ਨਾ ਜਨਤਕ ਕਰਕੇ ਇਹਦਾ ਉਹ ਲੋਕਾਂ ਦੀ ਇਨਵੋਲਵਮੈਂਟ ਹੋ ਜਾਂਦੀ ਇਹਦੇ ਨਾਲ ਕਿ ਹਾਂ ਅਸੀਂ ਸਾਰੇ ਦੇਸ਼ ਨੇਸ਼ਨ ਤੇ ਇਦਾਂ ਸਾਡੇ ਲਈ ਸਾਰਾ। ਸੋ ਇਸ ਕਰਕੇ ਇਹਨੇ ਜਦੋਂ ਸੁਲਝ ਜਾਣਾ, ਹੁਣ ਜਿਹੜਾ ਪ੍ਰਭਾਵ ਪੈ ਚੁੱਕੂਗਾ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦੇ ਉੱਤੇ, ਉਹਦਾ ਕੀ ਬਣੇਗਾ? ਇਹ ਤਾਂ ਸੁਲਝਾ ਲੈਣਗੇ ਮਸਲੇ ਨੂੰ, ਕੋਈ ਵਿੱਚ ਆ ਜਾਏਗਾ ਜਾਂ 5 ਆਈਜ਼ ਵਿੱਚ ਆ ਜਾਣਗੇ। 7 G7 ਜਿਹੜੇ ਨਾ ਉਹ G7 ਜਿਹੜੇ ਕੰਟਰੀਜ਼ ਹੈਗੇ ਆ, ਉਹ ਸਭ ਤੋਂ ਪਾਵਰਫੁਲ, ਔਰ ਉਹ ਜਿਹੜੇ ਆ ਨਾ ਉਹ ਇੰਨਾ ਕੁ ਤਾਂ ਹੋਇਆ ਹੋਊਗਾ ਕਿ ਕਿਸੇ ਨੇ ਟੋਨ ਜਿਹੜੀ ਨੀਵੀਂ ਰੱਖ ਲਈ, ਕਿਸੇ ਨੇ ਕਲੀਅਰ ਕਰ ਦਿੱਤਾ। ਅਮਰੀਕਾ ਦੀ ਬੜੀ ਕਲੀਅਰ ਸਟੇਟਮੈਂਟ ਹੈਗੀ ਆ, UK ਵਾਲਿਆਂ ਦੇ ਪ੍ਰਾਈਮ ਮਿਨਿਸਟਰ ਨੇ ਕੀਤਾ ਤਾਂ ਜਿਹੜਾ ਉਹਨਾਂ ਦਾ ਵੀ ਬੰਦਾ ਬੋਲਿਆ ਉਹਦੀ ਟੋਨ ਉਹੀ ਆ ਜਿਹੜੀ ਅਮਰੀਕਾ ਦੀ ਆ। ਇੱਦਾਂ ਹੀ ਆਸਟ੍ਰੇਲੀਆ ਤੋਂ ਵੀ ਹੋਇਆ ਹਨਾ। ਜਿਹੜੀਆਂ ਘਟਨਾਵਾਂ ਵਾਪਰੀਆਂ ਜਦੋਂ ਤੁਸੀਂ ਵੀ ਜ਼ਿਕਰ ਕੀਤਾ, ਔਰ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਨਾ ਕਿ ਵੀ ਇੱਕ ਕਮਿਊਨਿਟੀ ਨੂੰ ਔਰ ਉਹ ਮੇਰਾ ਖਿਆਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਵੀ ਅਪੀਲ ਕੀਤੀ ਸੀ ਆਸਟ੍ਰੇਲੀਆ ਦੇ
ਇਹ ਜਿਹੜੇ ਰਾਸ਼ਟਰਪਤੀ ਨੂੰ ਜਾਂ ਹੈਡ ਨੂੰ, ਪ੍ਰਾਈਮ ਮਿਨਿਸਟਰ ਨੂੰ, ਕਿ ਜੀ ਤੁਸੀਂ ਏਦਾਂ ਖਿਆਲ ਰੱਖੋ ਜਦੋਂ ਮੰਦਰ ਦੀ ਘਟਨਾ ਵਾਪਰੀ, ਉਹ ਵਿੱਚੋਂ ਕੁਝ ਹੋਰ ਹੀ ਨਿਕਲਿਆ, ਹਨਾ। ਔਰ ਇਹਦੇ ਨਾਲ ਉਹ ਇੱਕ ਪੋਲੀਟੀਕਲ ਉਹ ਨਿਕਲੀ ਕੀ ਗੱਲ, ਕਿ ਉਹ ਨਿਕਲੀ ਕਿ ਵੀ ਇਹ ਸ਼ਰਾਰਤ ਸੀ, ਹਨਾ। ਤੇ ਇਸ ਕਰਕੇ ਇਹ ਗੱਲਾਂ ਗਿਣ ਮਿਥ ਕੇ ਜਿਹੜੀਆਂ ਕੀਤੀਆਂ ਜਾਂਦੀਆਂ, ਇਹਦੇ ਪਿੱਛੇ ਪੋਲੀਟੀਕਲ ਪਰਪਸ ਕੀ ਹੈਗਾ ਆ, ਉਹ ਅੱਜ ਦੇ ਟੋਟਲ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਜਾ ਕੇ ਦੇਖਾਂਗੇ ਨਾ, ਤਾਂ ਮਸਲਾ ਇਹ ਤੁਹਾਨੂੰ ਲੱਗੂਗਾ ਕਿ ਇਹ ਤਾਂ ਫਿਰ ਐਵੇਂ ਛੇੜ ਕਰਨ ਦੇ ਲਈ ਸ਼ੁਰੂ ਕੀਤਾ ਸੀਗਾ, ਮਸਲਾ ਅਸਲ 'ਚ ਆ ਸੀਗਾ ਜਿਹੜਾ ਇਹ ਹੱਲ ਕਰਨਾ ਚਾਹੁੰਦੇ ਆ। ਤਾਂ ਮੈਂ ਇਹੀ ਮੇਰੀ ਇਹੀ ਹੈ ਮੇਰੀ, ਕਿ ਇਹਨੂੰ ਹੋਰ ਆਉਂਦੇ ਦਿਨਾਂ 'ਚ ਤੁਸੀਂ ਦੇਖਿਓ, ਇਹਨੇ ਨਿਬੜਨਾ ਵੀ ਆ, ਔਰ ਇਹਦੇ ਥੱਲਿਓਂ ਕੋਈ ਚੀਜ਼ ਹੋਰਾਂ ਵੀ ਨਿਕਲਣੀ ਆ। ਜੀ ਇਸੇ ਸਰ, ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ ਕਿ ਇਹ ਜਿਹੜਾ ਮਸਲਾ ਹੈਗਾ, ਇਹਦੇ ਪਿੱਛੇ ਜੋ ਕੁਝ ਹੋਰ ਹੈ ਉਹ ਵੀ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਏਗਾ। ਪਰ ਅਸੀਂ ਦੇਖਦੇ ਹਾਂ ਕਿ ਜਿਸ ਰਾਏਸ਼ੁਮਾਰੀ ਦੀ ਤੁਸੀਂ ਵੀ ਗੱਲ ਕੀਤੀ, ਚਾਨਾ ਜੀ ਨੇ ਵੀ ਗੱਲ ਕੀਤੀ ਹੈ, ਕਿ ਰਾਏਸ਼ੁਮਾਰੀ ਕਰਾ ਰਿਹਾ ਹੈਗਾ ਸਿੱਖ ਫਾਰ ਜਸਟਿਸ ਫਾਊਂਡੇਸ਼ਨ ਦੇ ਜਿਹੜੇ ਮੁਖੀ ਹੈਗਾ ਗੁਰਪਤਵੰਤ ਸਿੰਘ ਪੰਨੂ, ਪਰ ਅਮਰੀਕਾ 'ਚ ਉਹਦੀ ਕੋਈ ਜ਼ਿਕਰ ਨਹੀਂ ਹੁੰਦਾ। ਉਹਦੀ ਵੀ ਜਿਹੜਾ ਜ਼ਿਕਰ ਹੁੰਦਾ, ਹੁਣ ਆਣ ਕੇ ਫੇਰ ਕੈਨੇਡਾ ਦੀ ਧਰਤੀ ਤੇ ਉਹ ਰਾਏਸ਼ੁਮਾਰੀ ਹੋਈ, ਹੋਰ ਦੇਸ਼ਾਂ 'ਚ ਯਤਨ ਕੀਤਾ ਗਿਆ, ਪੰਜਾਬ 'ਚ ਵੀ ਯਤਨ ਹੋਇਆ, ਇੰਗਲੈਂਡ 'ਚ ਵੀ, ਹੋਰ ਥਾਵਾਂ ਤੇ, ਪਰ ਉਸ ਢੰਗ ਦਾ ਉਹਨੂੰ ਹੁੰਗਾਰਾ ਨਹੀਂ ਮਿਲਿਆ। ਤੇ ਇਹ ਵੀ ਅਸੀਂ ਦੇਖਦੇ ਹਾਂ ਕਿ ਰਾਏਸ਼ੁਮਾਰੀ ਕਰਾਉਣ ਵਾਲੇ ਜਾਂ ਖਾਲਿਸਤਾਨ ਦੇ ਜਿਹੜੇ ਮੁੱਦਾ ਉਹਨੂੰ ਉਠਾਉਣ ਵਾਲੇ ਜਿਹੜੇ ਲੋਕ ਹੈ, ਉਹ ਬਹੁਤੇ ਜਿਹੜੇ ਆ ਉਹ ਭਾਰਤ ਦੇ ਨਾਗਰਿਕ ਘੱਟ ਹੈ, ਕੋਈ ਕੈਨੇਡੀਅਨ ਹੈ, ਕੋਈ ਯੂਕੇ ਦਾ ਨਾਗਰਿਕ ਹੈ, ਕੋਈ ਆਸਟ੍ਰੇਲੀਅਨ ਹੈ, ਕੋਈ ਹੋਰ ਕਿਸੇ ਦੇਸ਼ ਦਾ ਨਾਗਰਿਕ ਹੈ। ਤਾਂ ਇਹ ਸਾਰੀ ਪਰਿਸਥਿਤੀ ਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੇ ਪੰਜਾਬ ਦੇ ਲੋਕ ਹੈ, ਉਹ ਇਸ ਨੂੰ ਜਿਸ ਤਰ੍ਹਾਂ ਦੇਖਦੇ ਆ, ਤੇ ਉਹਨਾਂ ਨੂੰ ਇਸ ਤੋਂ ਚਿੰਤਾ ਵੀ ਹੁੰਦੀ ਹੈ। ਖਾਸ ਕਰਕੇ ਹੁਣ ਜਦੋਂ ਜਿਸ ਤਰ੍ਹਾਂ ਜ਼ਿਕਰ ਕੀਤਾ ਚਾਨਾ ਜੀ ਨੇ ਕਿ ਲੋਕ ਉੱਥੋਂ ਪੰਜਾਬ ਚੋਂ ਇੱਧਰ ਨੂੰ ਆ ਰਹੇ ਆ, ਕੈਨੇਡਾ ਵੱਲ ਨੂੰ ਜਾਂ ਆਸਟ੍ਰੇਲੀਆ ਵੱਲ ਨੂੰ ਜਾ ਰਹੇ ਆ, ਤਾਂ ਉਹਨਾਂ ਦੇ ਮਨ 'ਚ ਵੀ ਜ਼ਰੂਰ ਚਿੰਤਾਵਾਂ ਇਸ ਨੇ ਪੈਦਾ ਕੀਤੀਆਂ ਹੋਣਗੀਆਂ ਕਿ ਕੀ ਸਾਡਾ ਉੱਥੇ ਜਾ ਕੇ ਭਵਿੱਖ ਸੁਰੱਖਿਅਤ ਹੈ ਜਾਂ ਨਹੀਂ ਹੈ। ਤਾਂ ਜਦੋਂ ਕਿ ਪੰਜਾਬ ਵਿੱਚ ਇਸ ਦੀ ਕੋਈ ਗੱਲਬਾਤ ਹੀ ਨਹੀਂ ਹੈ, ਤਾਂ ਇਹ ਸਾਰੇ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਿਦੇਸ਼ੀ ਨਾਗਰਿਕ ਹੀ ਜਿਹੜੇ ਹੈ, ਜਾਂ ਜਿਹੜੇ ਵਿਦੇਸ਼ਾਂ 'ਚ ਵਸੇ ਹੋਏ ਆ, ਚਾਹੇ ਪੰਜਾਬੀ ਹੈ ਚਾਹੇ ਭਾਰਤੀ ਹੈ, ਤਾਂ ਉਹਨਾਂ ਦੇ ਵਿੱਚ ਹੀ ਇਸ ਤਰ੍ਹਾਂ ਦੀ ਗੱਲ ਕਿਉਂ ਉੱਠਦੀ ਹੈ ਬਾਰ-ਬਾਰ? ਜਾਂ ਰਾਏਸ਼ੁਮਾਰੀ ਦੀ ਗੱਲ ਹੁਣ ਜਿਹੜੀ ਵਿਦੇਸ਼ੀ ਧਰਤੀ ਤੇ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕ ਹੈ, ਉਹ ਹੀ ਕਿਉਂ ਉਠਾਉਂਦੇ ਆ, ਜਿਹੜੇ ਕਿ ਉਹ ਆਪ ਕੈਨੇਡੀਅਨ ਹੈ, ਜਾਂ ਉਹ ਯੂਕੇ ਦੇ ਨਾਗਰਿਕ ਹੈ, ਜਾਂ ਆਸਟ੍ਰੇਲੀਆ ਦੇ ਨਾਗਰਿਕ ਹੈ? ਦੇਖੋ ਜੀ, ਇਹ ਸਪਸ਼ਟ ਗੱਲ ਹੈ। ਜਦੋਂ ਜਿਹੜਾ ਕਿ GVS ਸਿੱਧੂ ਨੇ ਆਪਦੀ ਕਿਤਾਬ ਵਿੱਚ ਪੂਰਾ ਇਸ ਨੂੰ ਖਾਲਿਸਤਾਨ ਕੰਸਪੀਰੇਸੀ, ਜਦੋਂ ਕਿ ਇੱਥੇ ਕੈਨੇਡਾ ਦੇ ਵਿੱਚ ਉਹ ਡਿਪਲੋਮੈਟ ਸੀਗਾ 1980 ਦੇ ਨੇੜੇ ਤੇੜੇ, 80-84 ਚ ਉਹਨੂੰ ਉਸ ਕਿਤਾਬ ਵਿੱਚ ਸਾਰਾ ਲਿਖਿਆ ਉਹਨੇ ਉਹ ਉਦੋਂ ਵੀ ਲਿਖਦਾ ਵੀ ਜਿਹੜੀ ਖਾਲਿਸਤਾਨ ਦੀ ਗੱਲਬਾਤ ਖੜੀ ਕੀਤੀ ਗਈ, ਜਿਹੜੀ ਕਿ ਪੰਜਾਬ ਚ ਉਦੋਂ ਹੈ ਨਹੀਂ ਸੀ, ਨਾ ਸਿੱਖਾਂ ਦੇ ਦਿਮਾਗ 'ਚ ਸੀ। ਇੱਕ ਆਪਣਾ ਉਹ ਡਾਕਟਰ ਹੁੰਦਾ ਸੀ ਉੱਥੇ ਜਲੰਧਰ ਵਾਲਾ, ਤੇ ਉਹ ਕਰਦਾ ਹੁੰਦਾ ਸੀ, ਹੋਰ ਕੋਈ ਹੈ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ। ਤੇ ਇਸ ਕਰਕੇ ਇਸ ਕਿਸਮ ਦੀ ਕੋਈ ਬਹੁਤੀ ਗੱਲ ਕਰਦੇ ਨਹੀਂ ਸੀ, ਕਿਸੇ ਹੈ ਨਹੀਂ ਸੀ। ਤਾਂ ਉਹਨੇ ਕਿਤਾਬ ਵਿੱਚ ਡਿਟੇਲ ਸਾਰਾ ਲਿਖਿਆ ਵੀ ਕਿਵੇਂ ਸਾਨੂੰ ਲੋੜ ਪਈ, ਤੇ ਅਸੀਂ ਫਿਰ ਇੱਥੇ ਸਾਰੇ ਡਿਪਲੋਮੈਟਿਕ ਦੇ ਆਫਿਸ ਖੋਲੇ, ਤੇ ਇਹ ਸਾਰੀ ਅਸੀਂ ਖੜੀ ਖਾਲਿਸਤਾਨ ਦੀ ਗੱਲਬਾਤ ਇੱਥੋਂ ਕੀਤੀ। ਜਿੱਥੇ ਪਾਪੂਲੇਸ਼ਨ ਜ਼ਿਆਦਾ ਉੱਥੇ ਹੀ ਐਕਟਿਵਲੀ ਕੰਮ ਕਰਨਾ ਹੈ। ਖਾਲਿਸਤਾਨ ਦੀ ਜਿਹੜੀ ਐਕਟੀਵਿਟੀ ਵਧਾਏ ਸਕਦੇ ਸੀ ਜਾਂ ਖੜੀ ਕੀਤੀ ਜਾ ਸਕਦੀ ਸੀ, ਉਹ ਕੈਨੇਡਾ 'ਚ ਪਾਪੂਲੇਸ਼ਨ ਦੀ ਕੰਸੈਂਟਰੇਸ਼ਨ ਜ਼ਿਆਦਾ ਹੈ, ਤੇ ਜਿਸ ਕਿਸਮ ਦੀ ਪਾਪੂਲੇਸ਼ਨ ਇੱਥੇ ਆਉਂਦੀ ਹੈ ਉਸ ਪਾਪੂਲੇਸ਼ਨ 'ਚ ਵਧਾਇਆ ਜਾ ਸਕਦਾ। ਇਹ ਸਾਰੀ ਗਿਣਤੀਆਂ ਮਿਣਤੀਆਂ ਬਹੁਤ ਦੇਰ ਦੀਆਂ ਸਰਕਾਰਾਂ ਦੀਆਂ ਕੀਤੀਆਂ ਵੀ ਆ। ਇੰਡੀਅਨ ਸਰਕਾਰ ਕੋਲ ਇਸ ਕਿਸਮ ਦੀ ਗਿਣਤੀ ਮਿਣਤੀ ਹੈ, ਖੜਾ ਕੀਤਾ ਜਾ ਸਕਦਾ ਕੰਮ। ਇੱਥੇ ਹੀ ਹੋਇਆ, ਸਾਰਾ ਕੁਝ ਹੋਇਆ, ਪੰਜਾਬ ਤੋਂ ਸ਼ੁਰੂ ਹੋਇਆ ਸਾਰਾ। ਤੇ ਉਹ ਡਿਟੇਲ ਲਿਖਦਾ ਵੀ ਇਹ ਕਿਸ ਤਰੀਕੇ ਨਾਲ ਸਾਰਾ ਕੁਝ ਕੀਤਾ ਗਿਆ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ। ਉਹੀ ਪਾਲਿਸੀ ਮੇਰੇ ਖਿਆਲ ਦੇ ਮੁਤਾਬਕ ਉਹੀ ਪਾਲਿਸੀ ਚੱਲੀ ਆਉਂਦੀ ਆ, ਉਹਦੇ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੈ। ਇਸੇ ਕਰਕੇ ਜਿਹੜੇ ਪੰਨੂ ਵਰਗੇ, ਉੱਥੇ ਤਾਂ ਬਹੁਤ ਘੱਟ ਆਬਾਦੀ ਹੈ ਅਮਰੀਕਾ ਦੇ ਵਿੱਚ, ਉਹ ਸਾਰੇ ਜਾਂ ਵੱਡਾ ਕੰਟਰੀ ਹੈ 30-35 ਕਰੋੜ ਦੀ ਆਬਾਦੀ ਹੈ, ਉਹਦੇ ਵਿੱਚ ਕੁਝ ਵੀ ਸਿੱਖਣ ਦੀ ਕੋਈ ਗੱਲ ਬਣਦੀ ਨਹੀਂ। ਇੱਥੇ ਪਾਪੂਲੇਸ਼ਨ ਦਾ, ਸਿੱਖ ਪਾਪੂਲੇਸ਼ਨ ਦਾ ਚੰਕ ਜ਼ਿਆਦਾ ਹੈ, ਪੇਂਡੂ ਪਾਪੂਲੇਸ਼ਨ ਹੈ, ਪਿੰਡਾਂ ਵਾਲੀ ਪਾਪੂਲੇਸ਼ਨ ਜ਼ਿਆਦਾ, ਕਾਫੀ ਲੋਕ ਆਏ ਹੋਏ ਆ। ਇੱਕ ਇੱਥੇ ਇਹ ਕੈਟੇਗਰੀ ਵੀ ਹੈ, ਤੁਸੀਂ ਫੈਮਿਲੀ ਆ ਸਕਦੇ ਹੋ, ਫੈਮਿਲੀਆਂ ਆਈਆਂ ਹੋਈਆਂ, ਤੇ ਇਸ ਕਰਕੇ ਇੱਥੇ ਹੀ ਹੋ ਸਕਦਾ ਸੀ, ਤੇ ਇੱਥੇ ਹੀ ਸ਼ੁਰੂ ਕੀਤਾ, ਇੱਥੇ ਹੀ, ਤਾਂ ਹੀ ਬਾਹਰੋਂ ਆ ਕੇ ਸਾਰੇ ਇੱਥੇ ਕਰਦੇ ਆ। ਤੇ ਇਸ ਨੂੰ ਇਹਨਾਂ ਨੇ ਆਪਦਾ ਬਣਾਇਆ ਹੋਇਆ ਇਸ ਪਾਲਿਸੀ ਦਾ, ਜਿਹਨੇ ਵੀ ਕਿਸੇ ਨੇ ਪਾਲਿਸੀ ਘੜੀ ਹੈ, ਜਿਹਨੂੰ ਉੱਥੇ ਲੋੜ ਹੈ,
ਕਰਨ ਦੀ, ਤੇ ਇਹਨਾਂ ਨੇ ਵਧਾਇਆ ਹੋਇਆ। ਇਸੇ ਕਰਕੇ ਇੰਗਲੈਂਡ 'ਚ ਵੀ ਨਹੀਂ ਇਸ ਲੈਵਲ ਤੇ ਚੱਲਦਾ ਜਿਸ ਲੈਵਲ ਦਾ ਇੱਥੇ ਚੱਲ ਰਿਹਾ ਹੈਗਾ। ਇੱਕ ਤਾਂ ਇਹ ਗੱਲਬਾਤ ਹੈ। ਦੂਜੀ ਇਹ ਹੈ ਵੀ ਇਹ ਸਾਰੀਆਂ ਜਿਹੜੀਆਂ ਪਾਲਿਸੀਆਂ ਹੁਣ ਬਿਲਕੁਲ ਕਲੀਅਰ ਹੋ ਚੁੱਕਿਆ, ਸਾਰੀਆਂ ਇਹਦੇ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ, ਪੜ੍ਹਿਆ ਜਾ ਚੁੱਕਿਆ, ਤੇ ਜਿਹਦਾ ਕਿ ਕੋਈ ਵੀ ਕਿਸੇ ਪਾਸੇ ਜਵਾਬ ਨਹੀਂ ਆਇਆ। ਉਹਦੇ 'ਚ ਇਹ ਹੈ ਵੀ ਇਹ ਸਾਰਾ ਕੁਝ ਜਿਹੜਾ ਖੜਾ ਕੀਤਾ ਜਾਂਦਾ ਰੈਫਰੈਂਡਮ ਤੋਂ ਲੈ ਕੇ, ਇਹ ਕੁਝ ਵੈਸਟਰਨ ਇੰਟਰਸਟ ਹੈ, ਕੋਈ ਹੋਰ ਕਿਸਮ ਦੀਆਂ ਲੋਬੀਆਂ ਜਿਹੜੀਆਂ ਕੰਮ ਕਰਦੀਆਂ। ਉਹਨਾਂ ਨੇ ਨਾ ਕੋਈ ਸਹੀ ਤਰੀਕੇ ਨਾਲ, ਜਿਵੇਂ ਕਿਊਬਿਕ 'ਚ ਰੈਫਰੈਂਡਮ ਹੁੰਦਾ, ਸਕਾਟਲੈਂਡ 'ਚ ਹੋਇਆ, ਰੀਅਲ ਲੋਕਾਂ ਵੱਲੋਂ ਉੱਠੇ ਇਸ ਕਿਸਮ ਦਾ ਰੈਫਰੈਂਡਮ ਜੇ ਹੋਵੇ ਪੰਜਾਬ ਦੇ ਵਿੱਚ, ਇਸ ਕਿਸਮ ਦੀ ਰਾਇਸ਼ੁਮਾਰੀ ਇਸ ਇਸ਼ੂ ਤੇ ਪੰਜਾਬ 'ਚ ਹੋਵੇ, ਫਿਰ ਤਾਂ ਅਸੀਂ ਮੰਨੀਏ। ਪੰਜਾਬ ਵਿੱਚ ਕੋਈ ਉੱਥੋਂ ਦੀ ਆਰਗੇਨਾਈਜੇਸ਼ਨ ਖੜੀ ਕਰਕੇ ਕਰੇ, ਫਿਰ ਤਾਂ ਇਹ ਗੱਲ ਦਾ ਕੋਈ ਮੀਨਿੰਗ ਰੱਖਦਾ। ਬਾਹਰਲੀ ਧਰਤੀ ਤੇ ਕਰਨ ਵੀ ਜਿਹੜੇ ਬਾਹਰਲੇ ਸਿਟੀਜ਼ਨ ਹੈ, ਜਿਨ੍ਹਾਂ ਨੇ ਇੰਡੀਅਨ ਸਿਟੀਜ਼ਨ ਨੂੰ ਸਾਰੇ ਨੂੰ ਤਿਆਗ ਦਿੱਤੀ ਹੈ, ਛੱਡ ਦਿੱਤੀ ਹੈ, ਉਹ ਨਾ ਉਹਨਾਂ ਨੇ ਮੁੜ ਕੇ ਇੰਡੀਅਨ ਸਿਟੀਜ਼ਨ ਬਣਨਾ, ਨਾ ਪੰਜਾਬ ਦੇ ਸਿਟੀਜ਼ਨ ਬਣਨਾ। ਇਸ ਕਰਕੇ ਉਹਨਾਂ ਦੀ ਇਹ ਉਹਨਾਂ ਦਾ ਕਰਨਾ ਜਿਹੜਾ ਮੀਨਿੰਗ ਹੈ, ਇਹਦੇ ਪਿੱਛੇ ਜਿਹੜੀ ਸਾਰੀਆਂ ਪੋਲਿਟਿਕਸ ਹੈਗੀ ਆ, ਚੱਲਦੀਆਂ ਜਿਹੜੀਆਂ ਸਿਆਸਤਾਂ ਚੱਲ ਰਹੀਆਂ, ਤੇ ਇਹਦਾ ਜਿਹੜਾ ਫਾਇਦਾ ਹੈ, ਤੁਸੀਂ ਇਹ ਦੇਖੋ ਵੀ ਇਮੀਗ੍ਰੈਂਟਸ ਇੱਥੇ ਆਉਂਦੇ ਆ, 90% ਇਮੀਗ੍ਰੈਂਟਸ ਆਪਦੀ ਪਹਿਲੀ ਜਾਂ 2 ਜਨਰੇਸ਼ਨਾਂ ਤੱਕ ਉਹ ਸੈੱਟ ਹੋਣ ਲਈ ਬਹੁਤ ਜ਼ਿਆਦਾ ਉਹ ਪਾਪੜ ਵੇਲਦਾ। ਉਹਦੇ ਲਈ ਬੜਾ ਮੁਸ਼ਕਿਲ ਹੁੰਦਾ ਘਰ ਬਣਾਉਣਾ, ਨੌਕਰੀ ਕਰਨੀ, ਸੈੱਟ ਹੋਣਾ, ਆਉਣਾ ਜਾਣਾ। 90-95% ਲੋਕ ਇੱਥੇ ਇਸ ਸਾਰੀ ਗੇਮ 'ਚ ਹੈ ਨਹੀਂ। ਬਹੁਤ ਥੋੜੇ ਲੋਕ ਹੁੰਦੇ ਆ ਜਿਹੜੇ ਗੁਰਦੁਆਰਿਆਂ ਨਾਲ ਵੀ ਜੁੜੇ ਹੁੰਦੇ ਆ, ਉਹ ਬੰਦਿਆਂ ਕੋਲੇ ਕੁਝ ਟਾਈਮ ਵੀ ਹੁੰਦਾ, ਉਹ ਬੰਦਿਆਂ ਕੋਲੇ ਕੁਝ ਪੈਸਾ ਵੀ ਹੁੰਦਾ, ਤੇ ਉਹਨਾਂ ਬੰਦਿਆਂ ਦੀ ਮੈਨੇਜਮੈਂਟ ਨਾਲ ਜੁੜੇ ਹੋਏ ਬੰਦਿਆਂ ਦੇ ਕੋਲੇ, ਗੁਰਦੁਆਰਿਆਂ ਦੀ ਮੈਨੇਜਮੈਂਟ ਕੋਲੇ, ਉਹਨਾਂ ਕੋਲੇ ਇਹ ਸਾਰਾ ਕੁਝ, ਔਰ ਗਰਮ ਗੱਲਾਂ ਉਹਨਾਂ ਨੂੰ ਕਰਨੀਆਂ ਵੀ ਪੈਂਦੀਆਂ ਤਾਂ ਕਿ ਉਹ ਫਿਰ ਮੈਨੇਜਮੈਂਟ 'ਚ ਰਹਿਣ। ਇਹ ਸਾਰਾ ਕੁਝ ਜੁੜਿਆ ਹੋਇਆ, ਇਸ ਨੂੰ ਬੜਾ ਸਮਝਣਾ ਪਊ ਸਾਰਾ, ਤੇ ਸਾਰੇ ਸਮਝਦੇ, ਕਹਿਣ ਦੀ ਲੋੜ ਨਹੀਂ ਹੈ ਸਾਰਾ ਵੀ ਇਹ ਕਿੱਥੋਂ ਚੱਲ ਰਿਹਾ ਤੇ ਕਿਵੇਂ ਚੱਲ ਰਿਹਾ ਸਾਰਾ ਕੁਝ। ਇਸ ਕਰਕੇ ਇਹ ਜਿਹੜਾ ਹੋਣਾ, ਜਿਹੜਾ ਸਾਰਾ ਕੁਝ ਹੋਣਾ, ਇਸ ਧਰਤੀ ਤੇ ਕੈਨੇਡਾ ਤੇ ਹੀ ਹੋਣਾ। ਇਸੇ ਕਰਕੇ ਜਿਹੜਾ ਖਾਸ ਕਰਕੇ ਵੱਡਾ ਜਿਹੜਾ ਜਿਹਦੇ ਵਿੱਚੋਂ ਸਿੱਖਾਂ ਨੂੰ ਟੈਰਰਿਸਟ ਦਾ ਟੈਗ ਮਿਲਿਆ ਪਹਿਲਾਂ, ਉਹ ਕਨਿਸ਼ਕਾ ਜਹਾਜ਼ ਦੇ ਦੁਰਘਟਨਾ ਦੇ ਵਿੱਚੋਂ ਹੀ ਮਿਲਿਆ, ਬਹੁਤਾ ਵੱਡਾ ਤਾਂ ਇੰਟਰਨੈਸ਼ਨਲ ਲੈਵਲ ਤੇ। ਉਹ ਵੀ ਫਿਰ ਇੱਥੋਂ ਹੀ ਕਰਾਈ ਗਈ ਹੈ, ਇੱਥੇ ਹੋਈ ਜਾਂ ਉਹਦੇ ਪਿੱਛੇ ਕੌਣ ਸੀ ਉਹ ਸਾਰਾ ਪਤਾ, ਬੜਾ ਕੁਝ ਉਹਦੇ ਪਿੱਛੇ ਲਿਖਿਆ, ਪੜ੍ਹਿਆ, ਕਿਤਾਬਾਂ ਆ ਚੁੱਕੀਆਂ, ਬਹੁਤ ਕੁਝ ਇੱਥੇ ਛਪ ਚੁੱਕਿਆ ਸਾਰਾ, ਤੇ ਲੋਕਾਂ ਨੂੰ ਪਤਾ ਹੈ ਇਹ ਸਾਰਾ ਕੁਝ ਕਿਵੇਂ ਹੋ ਰਿਹਾ। ਇਸ ਕਰਕੇ ਸਾਨੂੰ ਇਸ ਗੇਮ ਨੂੰ ਸਿੱਖ ਗੇਮ ਬਣਾ ਕੇ ਜੇ ਪੇਸ਼ ਕਰਨਾ, ਜਾਂ ਸਾਰੇ ਸਿੱਖਾਂ ਨੂੰ, ਉਹ ਆਪਣੇ ਆਪ ਵਿੱਚ ਥੋੜੀ ਜਿਹੀ ਗੱਲ ਗਲਤ ਹੈ। ਜਾਂ ਜਿਵੇਂ ਤੁਸੀਂ ਕਹੋ ਵੀ ਇੱਥੇ ਹਿੰਦੂ ਹੈ, ਸਾਰੇ ਹਿੰਦੂ 50 ਕਿਸਮ ਦੇ ਹਿੰਦੂ ਹੈ, ਵਿੱਚੋਂ ਦਲਿਤ ਹਿੰਦੂ ਹੈ ਜਿਹੜੇ ਕਹਿੰਦਾ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਗੱਲ ਕੀਤੀ ਹੈ ਕਿ ਇਸ ਨੂੰ ਸਿੱਖ ਗੇਮ ਬਣਾ ਕੇ ਤੇ ਸਿੱਖ ਭਾਈਚਾਰੇ ਦੇ ਗੱਲ 'ਚ ਬਾਰ-ਬਾਰ ਇਹਨੂੰ ਪਾਇਆ ਜਾਂਦਾ ਹੈ, ਜਦੋਂ ਕਿ ਹੈ ਬਹੁਤ ਥੋੜੇ ਲੋਕ ਆ ਜਿਹੜੇ ਇਸ ਮਾਮਲੇ ਉਠਾਉਂਦੇ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਨਹੀਂ, ਮੈਂ ਤਾਂ ਇਹ ਗੱਲ ਕਹਿ ਹਟਿਆ ਕਿ ਵੀ ਸਿੱਖ ਕੈਨੇਡਾ ਦੇ ਵਿੱਚ ਵੀ ਜੇ ਸਾਰੇ ਸਿੱਖਾਂ ਨੂੰ ਕਹੀਏ ਕਿ ਵੀ ਉਹ ਸਾਰੇ ਇਸ ਪਾਲਿਸੀ ਦੇ ਨਾਲ ਸਹਿਮਤ ਨੇ, ਸਾਰੇ ਕੀ ਉਹਦੇ ਵਿੱਚ ਉਹ ਕਿੰਨੇ ਪਰਸੈਂਟ ਹੋਣਗੇ? ਬਿਲਕੁਲ ਨਿਗੂਣੀ ਗਿਣਤੀ ਹੋਏਗੀ। ਦੂਜੀ ਇਹ ਗੱਲ ਆ, ਚਾਹੇ ਕੋਈ ਬਹੁਤ ਮਤਲਬ ਸਰੂਪ ਤੋਂ ਜਾਂ ਉਹ ਆਪਣੇ ਰਵਾਇਤਾਂ ਰਹਿਤ ਮਰਜ਼ਾਦਾ ਤੋਂ ਸਿੱਖ ਵੀ ਆ ਜਿਹੜਾ, ਉਹ ਵੀ, ਤੇ ਜਿਹੜੇ ਨਹੀਂ ਵੀ ਸਿੱਖ ਹੈਗੇ ਉਹ ਵੀ ਗੁਰਦੁਆਰਾ ਸਾਹਿਬ ਜਾਂਦੇ ਆਪਣੀ ਸ਼ਰਧਾ ਭੇਂਟ ਕਰਨ, ਹਨਾ, ਆਪਣੀ ਸ਼ਰਧਾ ਦੇ ਨਾਲ ਉੱਥੇ ਜਾਂਦੇ ਆ। ਉਹ ਉਸ ਸੱਭਿਆਚਾਰ ਦੇ ਨਾਲ ਜੁੜੇ ਹੋਏ ਆ। ਹੁਣ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਚੱਲਦੀ ਆ ਜਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਗੱਲ ਚੱਲਦੀ ਆ, ਉਦੋਂ ਅੱਗੇ ਹੋ ਕੇ, ਜਾਂ ਕੋਈ ਬੇਅਦਬੀ ਹੁੰਦੀ ਆ ਇੱਥੇ ਵੀ ਬਾਹਰ ਵੀ, ਅੱਗੇ ਹੋ ਕੇ ਜਿਹੜੇ ਇਸ ਗੱਲ ਨੂੰ ਆਵਾਜ਼ ਨੂੰ ਉਠਾਉਣ ਵਾਲੇ ਆ, ਉਹਨਾਂ 'ਚ ਕਈਆਂ ਦੇ ਪਗੜੀ ਵੀ ਨਹੀਂ ਬੰਨੀ ਹੋਈ ਹੁੰਦੀ, ਉਹ ਜੁੜੇ ਹੋਏ ਆ ਅੰਦਰੋਂ। ਔਰ ਸਾਰੇ ਗੁਰਦੁਆਰਾ ਸਾਹਿਬ ਜਾਣ ਵਾਲੇ ਲੋਕ ਆ ਜਿਹੜੇ, ਉਹ ਉਹਨਾਂ ਦੇ ਵਿੱਚੋਂ ਕਿੰਨੇ ਪਰਸੈਂਟ ਉਹ ਹੋਣਗੇ ਜਿਹੜੇ ਖਾਲਿਸਤਾਨ ਦੇ ਉਹਦੇ ਨਾਲ ਸਹਿਮਤ ਹੈਗਾ? ਸੋ ਇਸ ਕਰਕੇ ਇਹਦੇ 'ਚ ਦੂਜਾ ਇਹ ਆ ਕਿ ਲੋਕ ਇਸ ਝੰਜਟ 'ਚ ਨਹੀਂ ਪੈਂਦੇ ਹੁੰਦੇ ਕਿ ਇਹਨੂੰ ਮੈਨੇਜ ਕੌਣ ਕਰ ਰਿਹਾ ਔਰ ਉਹਦੀ ਮੈਨੇਜਮੈਂਟ ਕਿਹੋ ਜਿਹੀ ਹੋਵੇ। ਜਿਹੜੇ ਪੋਲੀਟੀਕਲੀ ਕੌਨਸ਼ੀਅਸ ਹੁੰਦੇ ਨਾ, ਉਹੀ ਫਿਰ ਮੈਨੇਜਮੈਂਟ ਦੇ ਉੱਤੇ ਨਾ ਹਾਵੀ ਹੋ ਜਾਂਦੇ, ਚਾਹੇ ਤੁਸੀਂ ਇੱਥੇ ਦੇਖ ਲਓ ਚਾਹੇ ਬਾਹਰ ਦੇਖ ਲਓ। ਇਹ ਹੁਣ ਉਹ ਹੋਊਗਾ। ਇਸ ਕਰਕੇ ਮੈਂ ਇਹ ਕਹਿੰਦਾ, ਮੈਂ ਉੱਥੇ ਰਿਹਾ, ਮੈਂ ਉੱਥੇ ਉੱਜਲ ਦੋਸਾਂਝ ਹੁਣਾਂ ਨੂੰ ਵੀ ਮਿਲਿਆ, ਉਹਨਾਂ ਬਾਰੇ ਮੈਂ ਲਿਖਿਆ। ਮੈਂ ਇੱਕ ਕਿਤਾਬ ਲਿਖੀ ਹੈ ਕੈਨੇਡਾ ਅਮਰੀਕਾ ਦੇ ਜਿਹੜੇ NRI ਦੇ ਬਾਰੇ, ਜਿਹੜੇ ਪ੍ਰੋਮੀਨੈਂਟ NRI ਹੈਗੇ ਆ। ਔਰ ਉੱਥੇ ਮੇਰੇ ਇੱਕ ਪ੍ਰੋਫੈਸਰ ਜਿਨ੍ਹਾਂ ਤੋਂ ਮੈਂ ਪੜ੍ਹਿਆ ਹੋਇਆ, ਉਹਨਾਂ ਦੀ ਬੇਟੀ ਆ, ਉਹ ਇੱਕਦਮ ਲੈਫਟ ਆ, ਖੱਬੇ ਆ, ਔਰ ਉਹ ਵੀ ਅਸੈਂਬਲੀ ਦੇ ਮੈਂਬਰ ਜਿਹੜੇ ਚੁਣੇ ਵੀ ਗਏ ਹੋਏ ਆ,
ਜਿਹੜੇ ਪਾਰਲੀਮੈਂਟ ਦੇ ਮੈਂਬਰ ਉਹਨਾਂ ਦਿਨਾਂ 'ਚ ਸੀਗੇ, ਅਸੀਂ ਤਕਰੀਬਨ ਸਾਰਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਵਿੱਚ ਜਿਹੜੇ ਹੁਣ ਚੁਣੇ ਹੋਏ ਮੈਂਬਰਾਂ ਨੂੰ ਇਹ ਕਿਹਾ ਜਾਏ ਕਿ ਜੀ ਇੰਨੇ ਉਹਨਾਂ ਸਿੱਖ ਜਿਹੜੇ ਪਾਰਲੀਮੈਂਟ 'ਚ ਆ, ਇੰਨੇ ਹੇਠਲੀਆਂ ਅਸੈਂਬਲੀਆਂ 'ਚ ਹੈਗੇ ਆ। ਉਹਨਾਂ ਨੂੰ ਜਦੋਂ ਤੁਸੀਂ ਇਕੱਲੇ ਨੂੰ ਐਨਾਲਾਈਜ਼ ਕਰੋਗੇ ਨਾ, ਦੇਖੋਗੇ ਕਿ ਉਹਨਾਂ ਦਾ ਪਿਛੋਕੜ ਕੀ ਆ, ਉਹਨਾਂ ਦੀ ਪਾਲਿਸੀ ਕੀ ਆ, ਤਾਂ ਤੁਹਾਨੂੰ ਕਿੰਨੇ % ਲੱਭਣਗੇ ਉਹਦੇ 'ਚ, ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ, ਹਨਾ। ਔਰ ਇਸ ਗੱਲ ਨੂੰ ਏਦਾਂ ਪੇਸ਼ ਕਰਨਾ ਕਿ ਬਈ ਜੀ ਕਿਉਂਕਿ ਚੋਣਾਂ ਆਈਆਂ ਹੋਈਆਂ, ਜਦੋਂ ਅਸੀਂ ਖਾਲਿਸਤਾਨ ਦਾ ਮਸਲਾ ਉਠਾਵਾਂਗੇ ਕਿ ਖਾਲਿਸਤਾਨੀਆਂ ਦੇ ਜਾਂ ਟਾਈਗਰ ਫੋਰਸ ਦੇ ਜਿਹੜੇ ਮੁਖੀ ਨੂੰ ਤਾਂ ਫਿਰ ਉਹ ਸਾਰੇ ਸਿੱਖ ਜਿਹੜੇ ਨਾ ਇੱਕ ਜਗ੍ਹਾ ਉਹਨਾਂ ਨੂੰ ਏਦਾਂ ਦੀ ਹਾਲਾਤ ਸਿੱਖਾਂ 'ਚ ਵੀ ਉੱਥੇ ਬਾਹਰ ਹੈ ਨਹੀਂ। ਇੱਥੋਂ ਦੀ ਹਾਲਤ ਦਾ ਤੁਹਾਨੂੰ ਆਪ ਪਤਾ ਹੈ, ਪੰਜਾਬ ਦੇ ਜਿਹੜੇ ਹਾਲਾਤ ਹੈਗੇ, ਸਿੱਧੂ ਸਾਹਿਬ ਵੀ ਜਾਣਦੇ ਆ, ਤੁਸੀਂ ਆਪ ਵੀ ਜਾਣਦੇ ਆ, ਬੀਇੰਗ ਜਰਨਲਿਸਟ, ਤੁਸੀਂ ਬੜੇ ਸੀਨੀਅਰ ਜਰਨਲਿਸਟ ਰਹੇ ਹੋ ਸਾਰੀ ਉਮਰ। ਮੈਂ ਇਹ ਕਹਿੰਦਾ ਵੀ ਇਹ ਗਰਾਊਂਡ ਰਿਐਲਿਟੀ ਤਾਂ ਹੈ ਹੀ ਨਹੀਂ, ਹਨਾ। ਔਰ ਇਹ ਰਾਜਨੀਤੀ ਖੇਡੀ ਜਾ ਰਹੀ ਹੈ, ਔਰ ਫਿਰ ਇੱਕ ਸਾਈਕੋਲੋਜੀਕਲ ਵਾਰਫੇਅਰ ਦਾ ਇੱਕ ਹਿੱਸਾ ਹੈ, ਹਨਾ। ਔਰ ਉਹਦੇ ਵਿੱਚ ਇਹ ਗੱਲ ਵਾਜਿਆ ਤੌਰ ਤੇ ਇਸ ਗੱਲ ਦਾ ਜਵਾਬ ਕੋਈ ਤਾਂ ਦੇਵੇ ਕਿ ਬਾਹਰ ਹੀ ਕਿਉਂ ਵਾਪਰ ਰਿਹਾ ਆ, ਹਨਾ। ਉਹਦਾ ਸੈਂਟਰ ਜਿਹੜਾ ਹੁਣ ਕੱਲਾ ਕੈਨੇਡਾ ਆ ਕਿ ਫਿਰ ਭਗਵੰਤ ਸਿੰਘ ਜਾਂ ਅਮਰੀਕਾ ਵੀ ਆ, ਉੱਥੇ ਕਿੰਨੇ ਆ ਬੜੀ ਗੱਲ ਸਾਫ਼ ਕਹੀ ਆ ਵੀ ਉੱਥੇ ਤਾਂ ਨਿਗੂਣੀ ਗਿਣਤੀ ਹੈਗੀ ਆ, ਸਲੋਗਨ ਉੱਥੋਂ ਉੱਠਦਾ ਹੈ ਨਾ। ਲੇਕਿਨ ਕਿਹਾ ਜਾਂਦਾ ਵੀ ਜਿੱਦਾਂ ਅਸੀਂ ਬਸ ਐ ਤਹਿਸ ਨਹਿਸ ਕਰ ਦੇਣਾ ਸਾਰਾ ਕੁਝ ਤੇ ਏਦਾਂ ਜਿੱਤ ਲੈਣਾ ਹੈਗਾ ਸਾਰਾ। ਏਦਾਂ ਨਹੀਂ ਹੈ। ਜੇ ਮੈਂ ਇਹ ਮੰਨਦਾ ਕਿ ਜੇ ਇਕੱਲੇ ਕਿਸੇ ਸ਼ਹਿਰ 'ਚ, ਕੈਨੇਡਾ ਦੇ ਸ਼ਹਿਰ 'ਚ ਵੀ ਕਿਤੇ ਰੈਫਰੈਂਡਮ ਹੋ ਜਾਵੇ ਤਾਂ ਪਤਾ ਲੱਗ ਜਾਵੇ ਵੀ ਕਿੰਨੇ ਵੋਟਸ ਉੱਥੇ ਪੈਂਦੇ ਆ ਪੰਜਾਬੀਆਂ, ਹਨਾ, ਉਸ ਪਾਸੇ ਜਾਂਦੇ ਆ, ਹਨਾ। ਇਹ ਗੱਲ ਕਲੀਅਰ ਹੋ ਜਾਊਗੀ। ਔਰ ਇਹ ਹੈ ਨਹੀਂ ਹੈ, ਭਾਵਨਾਵਾਂ ਏਦਾਂ ਦੀਆਂ ਨਹੀਂ ਹੈ। ਲੋਕਾਂ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਨਾ ਜਿਉਣ ਦਾ ਤਰੀਕਾ ਚੇਂਜ ਕੀਤਾ ਹੋਇਆ ਔਰ ਉਹਨਾਂ ਨੇ ਸਰਹੱਦਾਂ ਨੂੰ ਤੋੜਨ ਦਾ ਪ੍ਰੋਸੈਸ ਸ਼ੁਰੂ ਕੀਤਾ ਹੋਇਆ। ਔਰ ਇਸ ਕਰਕੇ ਇਹ ਜਿਹੜੀ ਇੰਟਰਨੈਸ਼ਨਲਿਜ਼ਮ ਸਿਰਫ ਜਾਂ ਕੌਮਾਂਤਰੀਵਾਦ ਸਿਰਫ ਜਿਹੜਾ ਨਾ ਸਰਮਾਏ ਦਾ ਹੀ ਨਹੀਂ ਹੈ ਕਿ ਉੱਥੋਂ ਇੰਡਸਟਰੀ ਇੱਥੇ ਕਿੰਨੀ ਆਉਂਦੀ, ਉੱਥੋਂ ਵਪਾਰ ਇੱਧਰ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ, ਲੇਕਿਨ ਇਹ ਇੱਕ ਹਿਊਮਨ ਲੈਵਲ ਦੇ ਉੱਤੇ ਵੀ ਬੜਾ ਤੇਜ਼ ਹੋਇਆ ਆ, ਹਨਾ। ਔਰ ਉਹ ਸਰਹੱਦਾਂ ਤੋਂ ਪਾਰ ਜਾਣਾ ਜਾਂ ਉੱਧਰੋਂ ਇੱਧਰ ਆਉਣਾ ਜਿਹੜਾ ਨਾ ਇਹ ਹੋਰ ਤੇਜ਼ ਹੋਣਾ, ਇਹਨੂੰ ਕੋਈ ਰੋਕ ਨਹੀਂ ਸਕੂਗਾ। ਇਸ ਕਰਕੇ ਕਿ ਜਿੱਥੇ ਉਹਨੂੰ ਆਪਣੀ ਮਨੁੱਖ ਦਾ ਇਹ ਇੱਕ ਮਾਨਸਿਕ ਹੈਗੀ ਆ ਬਣਤਰ ਐਸੀ ਆ ਕਿ ਉਹ ਜਿਹੜੀ ਪੋਜੀਸ਼ਨ ਤੇ ਬੈਠਾ ਉਹ ਤੋਂ ਜਿੱਥੇ ਉਹਨੂੰ ਬਿਹਤਰ ਹੁੰਦੀ ਹੋਊਗੀ ਨਾ ਉੱਥੇ ਨੂੰ ਜਾਊਗਾ ਹੀ, ਚਾਹੇ ਉਹ ਗਰੀਬ ਆ, ਚਾਹੇ ਉਹ ਪਹਿਲਾਂ ਹੀ ਕਰੋੜਪਤੀ ਆ। ਜੇ ਉਹ ਅਰਬਪਤੀ ਹੁੰਦਾ ਹੋਊਗਾ ਉਧਰ ਨੂੰ ਜਾਊਗਾ। ਸੋ ਹਿਊਮਨ ਸਾਈਕੀ ਆ ਜਿਹੜੀ ਉਹਨੇ ਆਪਣੇ ਆਪ ਕੰਮ ਕਰਨਾ ਵੀ ਮਾਸ ਲੈਵਲ ਤੇ ਜਿਹੜੀ ਨਾ ਮਾਈਗ੍ਰੇਸ਼ਨ ਇਹਨੇ ਵਧਣਾ ਆਉਣ ਵਾਲੇ ਸਮੇਂ ਦੇ ਵਿੱਚ। ਜੀ, ਇਹ ਸਿੱਧ ਸਾਹਿਬ ਆਪਣਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ ਹੈ। ਕੋਈ ਤੁਸੀਂ ਆਖਰੀ ਟਿੱਪਣੀ ਹੋਵੇ ਤੁਹਾਡੀ ਫਿਰ ਚਾਨਣਾ ਸਾਹਿਬ ਤੋਂ ਵੀ? ਆਖਰੀ ਟਿੱਪਣੀ ਮੈਂ ਇਹ ਕਰਨਾ ਚਾਹੁੰਦਾ ਵੀ ਜਿਹੜੇ ਖਾਸ ਕਿਸਮ ਦਾ ਜੇ ਸਿੱਖ ਥੋੜੇ ਜਿਹੇ ਅਵੇਅਰ ਹੋਣ ਇਹ ਪੋਲੀਟੀਕਲੀ, ਕਿਉਂਕਿ ਇਹ ਜਿਹੜਾ ਇਸ਼ੂ ਹੈ ਇਹ ਤਾਂ ਗੱਲ ਆ ਜਾਏਗੀ ਨਾਲ, ਪਰ ਇਹ ਜ਼ਰੂਰ ਹੈ ਕਿ ਇਸ ਦਾ ਜਿਹੜਾ ਹੁਣ ਜਿਸ ਤਰ੍ਹਾਂ ਦੇ ਤਣਾਅ ਬਣਿਆ ਹੈਗਾ ਭਾਰਤ ਤੇ ਕੈਨੇਡਾ ਦੇ ਵਿੱਚ, ਕੀ ਉਹ ਸਿਰਫ ਇਸੇ ਮੁੱਦੇ ਤੋਂ ਗਾਂਹ ਵਧੇਗਾ ਜਾਂ ਕੋਈ ਹੋਰ ਵੀ ਇਹਦੇ ਪਿੱਛੇ ਕਾਰਨ ਤੁਹਾਨੂੰ ਅਜੇ ਵੀ ਨਜ਼ਰ ਆ ਰਿਹਾ? ਦੇਖੋ, ਮੈਂ ਤਾਂ ਇਹਨਾਂ ਨੂੰ ਇੱਕੋ ਕਹਿਣਾ ਚਾਹੁੰਦਾ ਵੀ ਇਹ ਕਮਿਊਨਿਟੀ ਦੇ ਲੈਵਲ ਤੇ ਇੱਕ ਗੱਲ ਜ਼ਰੂਰ ਕਹੂੰ ਵੀ ਇਹਨਾਂ ਨੂੰ ਐਡੀ ਛੋਟੀ ਕਮਿਊਨਿਟੀ ਉੱਤੇ ਜੇ ਇੰਟਰਨੈਸ਼ਨਲ ਪੋਲਿਟਿਕਸ ਜਾਂ ਐਡੇ ਵੱਡੇ ਕੰਟਰੀ ਦੋ ਬਲਾਕਾਂ ਦੀ ਪੋਲਿਟਿਕਸ ਇਹਨਾਂ ਦੇ ਪਿੰਡੇ ਤੇ ਖੇਡੀ ਜਾਵੇ ਤਾਂ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ, ਫਾਇਦਾ ਇਹਨਾਂ ਦਾ ਹੋਏਗਾ ਨਹੀਂ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ। ਦੂਸਰੀ ਗੱਲ ਇਹ ਆ ਵੀ ਇਹ ਜਿਹੜਾ ਇਸ ਕਿਸਮ ਦਾ ਜਿਹੜਾ ਹੋ ਰਿਹਾ ਸਾਰਾ ਕੁਝ ਇਹ ਲੰਬਾ ਸਮਾਂ ਚੱਲਣਾ ਨਹੀਂ। ਜਾਣ ਬੁੱਝ ਕੇ ਕੋਈ ਜਿਹੜੀ ਨਾਨ ਐਗਜ਼ਿਸਟੈਂਸ ਫੋਰਸ ਹੁੰਦੀ ਹੈ ਜਿਹਦਾ ਅਸੀਂ ਪੰਜਾਬ 'ਚ ਵੀ ਨਹੀਂ ਨਾਂ ਸੁਣਿਆ, ਉਹੋ ਜਿਹੀਆਂ ਟਾਈਗਰ ਫੋਰਸ ਉਹ ਸਾਰੇ ਪੇਪਰ ਜਾਲੀ ਪੇਪਰ ਨਾ ਬਣਾਏ ਪਿਆ, ਕਿਤੇ ਐਵੇਂ ਕਿਤੇ ਹੈ ਨਹੀਂ, ਕਿਤੇ ਕੋਈ ਇਸ ਕਿਸਮ ਦੀਆਂ ਜਥੇਬੰਦੀਆਂ ਨਹੀਂ ਹੈ। ਉਹਨਾਂ ਨੂੰ ਪਹਿਲਾਂ ਵੱਡਾ ਬਣਾਇਆ ਜਾਂਦਾ, ਜਿਵੇਂ ਨਿੱਜਰ ਦੇ ਬਾਰੇ 10 ਲੱਖ ਦਾ ਉਹਦੇ ਸਿਰ ਦਾ ਨਾਮ ਸੀਗਾ। ਇਹ ਸਾਰਾ ਕੁਛ NIA ਨੇ ਜਿਹੜਾ ਇਹੋ ਜਿਹਾ ਕੁਛ ਕਰਦੇ ਆ। ਇਹ ਜਿਹੜੀਆਂ ਗੇਮਾਂ ਸਾਰੀਆਂ ਪਰਸੈਪਸ਼ਨ ਦੀਆਂ, ਨੈਰੇਟਿਵ ਖੜਾ ਕਰਨ ਦੀਆਂ ਗੇਮਾਂ, ਇਹਦੇ ਵਿੱਚ ਕੋਈ ਵੀ ਗਰਾਊਂਡ ਰਿਐਲਿਟੀ ਕਿਸੇ ਕਿਸਮ ਦੀ ਨਹੀਂ ਹੈ। ਤੇ ਇਸ ਕਰਕੇ ਜਿਹੜੇ ਸਹੀ ਜੈਨੂਨ ਜੇ ਕੋਈ ਪੋਲਿਟਿਕਸ ਕਰਦਾ, ਕਿਸੇ ਕਮਿਊਨਿਟੀ ਦਾ ਕਰਦਾ, ਪੰਜਾਬ ਦਾ ਕਰਦਾ, ਇੱਥੋਂ ਦਾ ਕਰਦਾ, ਕੈਨੇਡਾ 'ਚ ਕਰਦਾ, ਉਹਨੂੰ ਸਮਝ ਲੈਣਾ ਚਾਹੀਦਾ ਵੀ ਇਹੋ ਜਿਹੇ ਸਾਰੇ ਜਿਹੜੇ ਵੱਡੀਆਂ ਗੱਲਾਂ ਬਾਤਾਂ ਉਹਨਾਂ ਰਾਹੀਂ ਕਿਤੇ ਪੈਰੋਂ ਉਖੜ ਨਹੀਂ ਜਾਣਾ ਚਾਹੀਦਾ। ਧਰਤੀ ਤੇ ਹੀ ਰਹਿਣਾ ਚਾਹੀਦਾ। ਧਰਤੀ ਤੇ ਹੀ ਜਿਹੜੇ ਮਤਲਬ ਕਿ ਬਾਹਰ ਆਏ ਇਮੀਗ੍ਰੈਂਟ ਆ 90-95% ਆਪਦੇ ਰੁਜ਼ਗਾਰ ਦੇ ਚੱਕਰ 'ਚ ਆ। ਨਾਲੇ ਹੁਣ ਕੈਨੇਡਾ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਆਰਥਿਕ ਲੈਵਲ ਦਾ ਮਦਵਾੜਾ ਚੱਲ ਰਿਹਾ ਹੈ।
ਬੜੀਆਂ ਬੜੀਆਂ ਪ੍ਰੋਬਲਮਾਂ ਚੱਲ ਰਹੀਆਂ। ਪਹਿਲਾਂ ਵਾਲਾ ਇੱਥੇ ਇਨਕਮ ਨਹੀਂ ਰਹੀ ਸਾਰੀ ਕੈਨੇਡਾ ਵਿੱਚ ਜਿਹੜੀ 10-15 ਸਾਲ ਪਹਿਲਾਂ ਹੁੰਦੀ ਸੀ। ਇਸ ਕਰਕੇ ਇਹ ਤਾਂ ਆਰਥਿਕ ਤੰਗੀਆਂ ਨਾਲ ਜਿਹੜੇ 90-95% ਲੋਕ ਲੜ ਰਹੇ ਆ, ਹਾਲਤ ਬਿਲਕੁਲ ਵੱਖਰੀ ਹੈ ਤੇ ਪੇਸ਼ ਆਇਆ ਕੀਤਾ ਜਾ ਰਿਹਾ ਵੀ ਇਹ ਪਤਾ ਨਹੀਂ ਕੀ ਹੋ ਜਾਊਗਾ। ਇਹ ਸਾਰਾ ਕੁਝ ਦਿਖਾਵਾ ਹੈ ਤੇ ਲੋਕਾਂ ਨੂੰ ਜ਼ਮੀਨ ਤੇ ਹੀ ਰਹਿਣਾ ਚਾਹੀਦਾ ਤੇ ਅਖੀਰ ਜ਼ਮੀਨ ਤੇ ਹੀ ਪਤਾ ਲੱਗੇਗਾ ਉਹਨਾਂ ਨੂੰ ਸਭ ਕੁਝ। ਹਾਂਜੀ ਚਾਹਨਾ ਜੀ, ਤੁਹਾਡੀ ਕੋਈ ਆਖਰੀ ਗੱਲ? ਇੱਕ ਸੈਂਟੈਂਸ ਦੇ ਵਿੱਚ ਨਾ ਗੱਲ, ਤਿੰਨ ਗੱਲਾਂ ਕਰਨੀਆਂ। ਇੱਕ ਤਾਂ ਇਹ ਆ ਕਿ ਜਿਹੜਾ ਵਪਾਰਕ ਇਹਨਾਂ ਦੇ ਸੰਬੰਧਾਂ ਦੇ ਵਿੱਚ ਵਾਧਾ ਆਇਆ, ਜੇ ਉਹ ਲਮਕ ਗਿਆ ਹੋਰ, ਤੇ ਮੰਡੀ 'ਚ ਤਾਂ ਲੋਕਾਂ ਨੇ ਵਿਹਲੇ ਤਾਂ ਬੈਠੇ ਨਹੀਂ ਰਹਿਣਾ, ਨਾ ਲੋਕਾਂ ਨੇ ਖਾਣੋਂ ਹਟ ਜਾਣਾ, ਨਾ ਵਰਤੋਂ ਹਟ ਜਾਣਾ। ਫਿਰ ਉਹਦੀ ਥਾਂ ਲੈਣ ਦੇ ਲਈ ਕੋਈ ਹੋਰ ਆਏਗਾ ਤੇ ਚਾਈਨਾ ਆਏਗਾ, ਔਰ ਇਸ ਕਰਕੇ ਰਿਲੇਸ਼ਨ ਇੰਟਰਨੈਸ਼ਨਲ ਜਿਹੜਾ ਨਾ ਹੋਰ ਇੰਬੈਲੈਂਸ ਹੋਏਗਾ। ਦੂਜਾ ਇਹ ਗੱਲ ਹੈ ਕਿ ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਸਿੱਧੂ ਸਾਹਿਬ ਨੇ ਬੜਾ ਹੀ ਕਲੀਅਰ ਜਿਹੜੀ ਗੱਲ ਕੀਤੀ, ਮੈਂ ਇਹਨਾਂ ਨਾਲ 100% ਸਹਿਮਤ ਹਾਂ। ਬਈ ਇਹਨੂੰ ਮਹਿਸੂਸ ਕਰੋ ਕਿ ਮੋਢਾ ਤੁਹਾਡਾ ਵਰਤਿਆ ਜਾ ਰਿਹਾ ਉਧਰ ਵੀ ਤਾਂ ਇੱਧਰ ਵੀ। ਇਹਦੇ ਚ ਇਹ ਕਿਉਂ ਹੋਇਆ ਏਦਾਂ, ਹਨਾ? ਇਹ ਹੋਣਾ ਏਦਾਂ ਨਹੀਂ ਚਾਹੀਦਾ। ਤੀਸਰੀ ਗੱਲ ਇਹ ਕਿ ਸਰਕਾਰਾਂ ਜਿਹੜੀਆਂ, ਸਾਡੀ ਸਰਕਾਰ, ਇਹਨੂੰ ਜਿਸ ਲੈਵਲ ਦਾ ਇਹ ਮਸਲਾ ਹੈਗਾ ਉਸ ਲੈਵਲ ਤੇ ਸੁਲਝਾਇਆ ਜਾਏ। ਜਿਹੜਾ ਜਨਤਕ ਲੈਵਲ ਤੇ ਜੇ ਪੈਨਿਕ ਪੈਦਾ ਹੋਣ ਵਾਲੀ ਕੋਈ ਗੱਲ ਨਾ ਹੋਵੇ ਕਿ ਸਾਡੇ ਜਿਹੜੇ ਵਸਨੀਕ ਆ ਉੱਥੇ ਗਏ ਹੋਏ ਆ, ਉਹ ਖਾਮਖਾ ਪੈਨਿਕ ਹੋ ਜਾਣ ਕੇ ਪਤਾ ਨਹੀਂ ਕੀ ਹੋਣ ਵਾਲਾ ਹੈ। ਜੇ ਇਹਨਾਂ ਨੇ ਸੁਲਝਾ ਹੀ ਲੈਣਾ 1 ਮਹੀਨੇ ਦੇ ਵਿੱਚ ਤਾਂ ਫਿਰ ਹੁਣ ਉਹਨਾਂ ਨੂੰ ਪੈਨਿਕੀ ਕਰਨ ਦਾ ਕੋਈ ਮਤਲਬ ਤੁੱਕ ਨਹੀਂ ਹੈਗੀ। ਔਰ ਉਹਨਾਂ ਨੂੰ ਉਹ ਜੇ ਗਏ ਆ ਇੱਥੋਂ ਤੇ ਹੋਰ ਜਿਹੜਾ ਜਾਣਾ ਚਾਹੁੰਦੇ ਆ ਲੋਕ, ਜਿਹੜੇ ਆਪਣੇ ਜੇਬ ਦੇ ਵਿੱਚ ਪਾਸਪੋਰਟ ਪਾ ਕੇ ਬੜੀਆਂ ਖੁਸ਼ੀਆਂ ਮਨਾ ਰਹੇ ਕਿ ਸਾਨੂੰ ਵੀਜ਼ਾ ਮਿਲ ਗਿਆ, ਹੁਣ ਉਹ ਵੀ ਘਬਰਾ ਗਏ ਹੋਣਗੇ ਕਿ ਜਾਈਏ ਕਿ ਨਾ ਜਾਈਏ, ਪਤਾ ਨਹੀਂ ਕੀ ਬਣਨਾ ਹੈ। ਸੋ ਇਸ ਕਰਕੇ ਮੇਰਾ ਮਤਲਬ ਕਿ ਵੀ ਇਹ ਤਿੰਨੇ ਚੀਜ਼ਾਂ ਜਿਹੜੀਆਂ ਸਰਕਾਰ ਨੂੰ ਲੋਕਾਂ ਨੂੰ ਪੈਨਿਕ ਹੋਣ ਤੋਂ ਬਚਾਉਣ ਦੇ ਲਈ ਜ਼ਰੂਰ ਕਦਮ ਉਠਾਉਣਾ ਚਾਹੀਦਾ। ਉਸ ਤਰ੍ਹਾਂ ਦਾ ਰਵੱਈਆ ਜਿਹੜਾ ਨਾ ਉਹ ਰੱਖਣਾ ਚਾਹੀਦਾ। ਮਸਲਾ ਸੁਲਝਾ ਲੈਣਾ ਚਾਹੀਦਾ ਜਲਦੀ ਤੋਂ ਜਲਦੀ, ਨਾ ਆਰਥਿਕ ਖੇਤਰ ਦੇ ਵਿੱਚ ਨੁਕਸਾਨ ਹੋਵੇ, ਨਾ ਪੋਲੀਟੀਕਲ ਖੇਤਰ ਦੇ ਵਿੱਚ ਨੁਕਸਾਨ ਹੋਵੇ। ਔਰ ਹੋਰ ਵਧੇਗੀ ਤਾਂ ਪੋਲਰਾਈਜੇਸ਼ਨ ਹੋਰ ਵਧੇਗੀ। ਜਿੱਦਾਂ 5I ਤੇ 7G ਦੀ ਮੈਂ ਗੱਲ ਕੀਤੀ ਹੈ ਨਾ, ਉਹ ਅੰਦਰ ਖਾਤੇ ਜਿਹੜਾ ਨਾ ਉਹ ਕੋਈ ਖਿਚੜੀ ਪੱਕ ਰਹੀ ਹੈ। ਇਸ ਕਰਕੇ ਉਹ ਤੋਂ ਉਹਨੂੰ ਖਤਮ ਕਰਨਾ ਚਾਹੀਦਾ। ਇਸ ਗੱਲ ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਜਿਸ ਤਰ੍ਹਾਂ ਸਾਡੇ ਮਹਿਮਾਨਾਂ ਦੀ ਰਾਏ ਹੈ ਕਿ ਬਕਾਇਦਾ ਦੋਨਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਸਮਝਾਉਣ ਦੇ ਲਈ ਡਿਪਲੋਮੈਟਿਕ ਲੈਵਲ ਤੇ ਜਿਹੜਾ ਕੰਮ ਕਰਨ, ਔਰ ਬਕਾਇਦਾ ਜਿਹੜਾ ਇਸ ਮਾਮਲੇ ਦੇ ਪਿੱਛੇ ਜੋ ਵੀ ਹੈ ਉਸ ਨੂੰ ਸਾਹਮਣੇ ਲਿਆਂਦਾ ਜਾਣਾ ਚਾਹੀਦਾ। ਤੇ ਇਸ ਦੇ ਨਾਲ ਲੋਕਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਜਿਹੜਾ ਪੈਨਿਕ ਹੈ, ਖਾਸ ਕਿਸਮ ਦਾ ਇੱਕ ਡਰ ਹੈ, ਖੌਫ ਦਾ ਮਾਹੌਲ ਹੈ, ਉਹ ਪੈਦਾ ਨਹੀਂ ਕੀਤਾ ਜਾਣਾ ਚਾਹੀਦਾ। ਜਿਸ ਤਰ੍ਹਾਂ ਕਿ ਦੋਵਾਂ ਦੇਸ਼ਾਂ ਦੇ ਆਪਸੀ ਸੰਬੰਧ ਹੈ ਉਹਨਾਂ ਦੇ ਵਿੱਚ ਉਸ ਤਰ੍ਹਾਂ ਦੀ ਜਿਹੜੀ ਨਿੱਘ ਹੈ ਉਹ ਬਣਿਆ ਰਹਿਣਾ ਚਾਹੀਦਾ। ਸੋ ਇੱਥੇ ਹੀ ਅਸੀਂ ਅੱਜ ਦੀ ਆਪਣੀ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ, ਤੇ ਜੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ। ਤੇ ਜੇ ਇਸ ਪ੍ਰੋਗਰਾਮ ਬਾਰੇ ਤੁਹਾਡੀ ਕੋਈ ਰਾਏ ਹੋਵੇ, ਤੁਹਾਡੀ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਚੈਨਲ ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਜਿਹੜੀ ਹੈ ਉਹ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਿੱਧੂ ਸਾਹਿਬ, ਚਾਹਨਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।